ਫਲ ਗੁਣ ਆਨੰਦ ਉਪਾਰਜਨ, ਹਰ ਸੱਜਣ ਪ੍ਰਗਟੇ ਆਏ। ਸਾਧ ਸੰਗਤ ਜੀ, ਅਸੀਂ ਫੱਗਣ ਦਾ ਮਹੀਨਾ ਕਹਿੰਦੇ ਹਾਂ, ਪਰ ਗੁਰੂ ਸਾਹਿਬ ਜੀ ਨੇ ਇੱਥੇ ਸ਼ਬਦ ਉਚਾਰਨ ਕੀਤਾ ਹੈ ਫਲਗੁਣ। ਦੇਸੀ ਸਾਲ ਦੇ ਸਾਧ ਸੰਗਤ ਜੀ 12 ਮਹੀਨੇ ਹਨ। ਪਹਿਲਾ ਚੇਤ ਹੈ, ਵੈਸਾਖ ਹੈ, ਜੇਠ ਹੈ, ਹਾੜ ਹੈ, ਸੌਣ ਹੈ, ਭਾਦੋਂ ਹੈ, ਕੱਤਿਕ ਹੈ, ਅੱਸੂ ਹੈ, ਮੱਘਰ ਹੈ, ਪੋਹ ਹੈ, ਮਾਘ ਹੈ, ਤੇ ਅਖੀਰਲਾ ਮਹੀਨਾ ਸਾਧ ਸੰਗਤ ਜੀ ਫੱਗਣ ਦਾ ਹੈ। ਇਹ ਹਿਮਕਰ ਰੁੱਤ ਦਾ ਦੂਸਰਾ ਮਹੀਨਾ ਹੈ। ਸਤਿਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਹਿਮਕਰ ਰੁੱਤ ਮਨ ਭਾਵਤੀ, ਮਾਘ ਫੱਗਣ ਗੁਣਵੰਤ ਜੀਓ। ਇਹ ਦੇਸੀ ਸਾਲ ਦਾ ਅਖੀਰਲਾ ਮਹੀਨਾ ਹੈ। ਤੇ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਫੱਗਣ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਫਲਗੁਣ ਮਹੀਨੇ ਦੁਆਰਾ, ਫੱਗਣ ਦੇ ਮਹੀਨੇ ਦੁਆਰਾ ਇਹ ਬਚਨ ਉਚਾਰਦੇ ਨੇ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਆਨੰਦ ਉਪਾਰਜਨਾ, ਉਹਨਾਂ ਦੇ ਹਿਰਦੇ ਦੇ ਵਿੱਚ ਆਨੰਦ ਜਿਹੜਾ ਹੈ ਉਹ ਉਪਾਰਜਨਾ ਕੀ ਪੈਦਾ ਹੋ ਜਾਂਦਾ ਹੈ। ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕਿਹਨਾਂ ਨੂੰ ਸਾਧ ਸੰਗਤ ਜੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ? ਤਾਂ ਗੁਰੂ ਸਾਹਿਬ ਜੀ ਅੱਗੇ ਫਰਮਾਉਂਦੇ ਹੈ, ਹਰ ਸੱਜਣ ਪ੍ਰਗਟੇ ਆਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾ ਹਰ ਸੱਜਣ, ਹਰ ਦਾ ਅਰਥ ਹੈ ਵਾਹਿਗੁਰੂ, ਜਿਹੜੇ ਹਰ ਥਾਂ ਤੇ ਮੌਜੂਦ ਹਨ, ਜਿਸ ਕਰਕੇ ਵਾਹਿਗੁਰੂ ਦਾ ਨਾਮ ਹਰ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਹਰਿਆਂ ਭਰਿਆਂ ਕਰਨ ਵਾਲੇ ਹਨ, ਜਿਸ ਕਰਕੇ ਵਾਹਿਗੁਰੂ ਜੀ ਦਾ ਨਾਮ ਹਰ ਹੈ, ਜੋ ਹਰੇਕ ਦੇ ਅੰਦਰ ਹਨ, ਜਿਸ ਕਰਕੇ ਵਾਹਿਗੁਰੂ ਜੀ ਦਾ ਨਾਮ ਹਰ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਹਰਿਆਂ ਭਰਿਆਂ ਕਰਨ ਵਾਲੇ ਹਨ, ਜੋ ਪਾਪਾਂ ਨੂੰ ਹਰਨ ਵਾਲੇ ਹਨ, ਜਿਸ ਕਰਕੇ ਵਾਹਿਗੁਰੂ ਜੀ ਦਾ ਨਾਮ ਹਰ ਹੈ। ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਹਿਲੀ ਪੰਕਤੀ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਉਹਨਾਂ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰ ਸੱਜਣ, ਵਾਹਿਗੁਰੂ ਨੂੰ ਸੱਜਣ ਕਿਹਾ ਹੈ, ਵਾਹਿਗੁਰੂ ਸੱਚੇ ਸੱਜਣ ਹਨ, ਅਤੇ ਹਰ ਸੱਜਣ ਪ੍ਰਗਟੇ ਆਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜਿਹੜੇ ਸੱਜਣ ਹਨ, ਵਾਹਿਗੁਰੂ ਪ੍ਰਗਟ ਹੋ ਜਾਂਦੇ ਹਨ। ਕਿਉਂਕਿ ਸਾਧ ਸੰਗਤ ਜੀ, ਵਾਹਿਗੁਰੂ ਸਾਡੇ ਅੰਦਰ ਹਨ ਪਰ ਗੁਪਤ ਹਨ। ਮਹਾਰਾਜ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਹਨ, ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਵ ਨਾ ਬੁੱਝਹਿ ਗਵਾਰੀ। ਵਾਹਿਗੁਰੂ ਜੀ ਤੁਸੀਂ ਅੰਦਰ ਹੋ ਲੇਕਿਨ ਗੁਪਤ ਹੋ। ਤੇ ਜਿਹੜੇ ਮੂਰਖ ਗਵਾਰ ਇਨਸਾਨ ਹੁੰਦੇ ਆ ਨਾ, ਉਹ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ ਕਰਦੇ, ਪ੍ਰੇਮਾ ਭਗਤੀ ਨਹੀਂ ਕਰਦੇ, ਜਿਸ ਕਰਕੇ ਵਾਹਿਗੁਰੂ ਨੂੰ ਬੁੱਝ ਨਹੀਂ ਸਕਦੇ ਹਨ, ਸਮਝ ਨਹੀਂ ਸਕਦੇ ਹਨ। ਵਾਹਿਗੁਰੂ ਅੰਦਰ ਹਨ ਪਰ ਲੱਭਦੇ ਬਾਹਰ ਹਨ। ਤੋਂ ਪਹਿਲੀ ਪੰਕਤੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਤਾਂ ਇਹ ਬਚਨ ਉਚਾਰਨ ਕੀਤਾ ਹੈ ਕਿ ਵਾਹਿਗੁਰੂ ਸੱਚੇ ਸੱਜਣ ਹਨ, ਤੇ ਤੁਸੀਂ ਵਾਹਿਗੁਰੂ ਨੂੰ ਸੱਚਾ ਸੱਜਣ ਬਣਾਓ। ਗੁਰਬਾਣੀ ਦੇ ਵਿੱਚ
ਗੁਰੂ ਸਾਹਿਬ ਜੀ ਨੇ ਵਾਹਿਗੁਰੂ ਨੂੰ ਸੱਚਾ ਸੱਜਣ ਕਿਹਾ ਹੈ। ਰੋਜ਼ਾਨਾ ਅਸੀਂ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹੂ, ਸਿਰ ਸਾਹਾਂ ਦਾ ਸਾਹੂ। ਵਾਹਿਗੁਰੂ ਸੱਚੇ ਸੱਜਣ ਹਨ, ਪਾਤਸ਼ਾਹ ਹਨ। ਸੱਜਣ ਸੱਚਾ ਪਾਤਸ਼ਾਹੂ, ਸਿਰ ਸਾਹਾਂ ਦਾ ਸਾਹੂ, ਪਾਤਸ਼ਾਹਾਂ ਦੇ ਪਾਤਸ਼ਾਹ ਹਨ। ਸੱਜਣ ਦਾ ਅਰਥ ਵਿਦਵਾਨ ਕਰਦੇ ਨੇ ਸਾਧ ਸੰਗਤ ਜੀ, ਸੱਜਣ ਉਹ ਹੁੰਦਾ ਹੈ ਜਿਹੜਾ ਇਸ ਲੋਕ ਵਿੱਚ ਵੀ ਸਹਾਇਤਾ ਕਰੇ ਤੇ ਪਰਲੋਕ ਵਿੱਚ ਵੀ ਸਹਾਇਤਾ ਕਰੇ। ਜਿਹੜੇ ਦੁਨੀਆ ਦੇ ਸੱਜਣ ਮਿੱਤਰ ਹੁੰਦੇ ਆ ਨਾ ਸਾਧ ਸੰਗਤ ਜੀ, ਇਹ ਤੇ ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਹਨ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭੀ ਸੰਗ ਛਾਡਿਤ, ਕੂ ਨਾ ਆਵਤ ਨੀਰੈ। ਜਦੋਂ ਬਿਪਤਾ ਦਾ ਸਮਾਂ ਆ ਜੇ, ਕੋਈ ਦੁੱਖ ਦਾ ਸਮਾਂ ਆ ਜੇ, ਕੋਈ ਰੋਗ ਲੱਗ ਜਾਵੇ, ਕੋਈ ਆਰਥਿਕ ਪੱਖ ਕਮਜ਼ੋਰ ਹੋ ਜਾਵੇ, ਤੇ ਜਿਨ੍ਹਾਂ ਨੂੰ ਅਸੀਂ ਸੱਜਣ ਮਿੱਤਰ ਸਮਝੀ ਜਾਂਦੇ ਆ ਨਾ, ਕੋਈ ਨੇੜੇ ਨਹੀਂ ਖੜਦਾ ਹੈ। ਜਿਹੜੇ ਦੁਨਿਆਵੀ ਸੱਜਣ ਨੇ ਨਾ, ਉਹਨਾਂ ਦੇ ਸੰਬੰਧ ਵਿੱਚ ਭਗਤ ਫਰੀਦ ਸਾਹਿਬ ਜੀ ਦੇ ਬਚਨ ਹਨ। ਫਰੀਦਾ ਗੱਲੀ ਸੋ ਸੱਜਣ ਵੀਹ, ਇੱਕ ਢੂਡੇਂਦੀ ਨਾ ਲਹਾਂ। ਗੱਲਾਂ ਨਾਲ ਤਾਂ ਸਾਧ ਸੰਗਤ ਜੀ 20 ਸੱਜਣ ਹਨ, ਬਹੁਤੇ ਮਿੱਤਰ ਹਨ, ਪਰ ਜਦੋਂ ਵਿਪਤਾ ਪੈਂਦੀ ਹੈ, ਕੋਈ ਦੁੱਖ ਆਉਂਦਾ ਹੈ, ਕੋਈ ਪੀੜਾ ਆਉਂਦੀ ਹੈ, ਕੋਈ ਰੋਗ ਲੱਗ ਜਾਂਦਾ ਹੈ, ਇੱਕ ਢੂਡੇਂਦੀ ਨਾ ਲਹਾਂ। ਭਗਤ ਫਰੀਦ ਸਾਹਿਬ ਜੀ ਕਹਿੰਦੇ ਇੱਕ ਵੀ ਬੰਦਾ ਲੱਭਦਿਆਂ ਨਹੀਂ ਲੱਭਦਾ ਹੈ। ਪਰ ਵਾਹਿਗੁਰੂ ਜਿਹੜੇ ਹਨ ਉਹ ਸੱਚੇ ਸੱਜਣ ਹਨ। ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਇਹ ਵੀ ਬਚਨ ਹਨ ਕਿ ਇੱਕ ਤਾਂ ਵਾਹਿਗੁਰੂ ਸੱਜਣ ਹਨ, ਇੱਕ ਚੰਗੇ ਕਰਮ, ਅੱਛੇ ਕਰਮ ਕਰਨੇ ਉਹ ਵੀ ਸੱਜਣ ਹਨ, ਇੱਕ ਸੰਤ ਸੱਜਣ ਹਨ, ਤੇ ਇੱਕ ਗੁਰੂ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਸਿਮਰਨ, ਇਹ ਸੱਜਣ ਹਨ, ਸੱਚੇ ਸੱਜਣ ਹਨ। ਤੇ ਦੁਨਿਆਵੀ ਸੱਜਣਾ ਮਿੱਤਰਾਂ ਦੇ ਸੰਬੰਧ ਵਿੱਚ ਤਾਂ ਇਹ ਵੀ ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਹਨ। ਮਨਮੁਖ ਸੇਤੀ ਦੋਸਤੀ, ਥੋੜੜਿਆ ਦਿਨ ਚਾਰ। ਮਨਮੁਖਾਂ ਨਾਲ ਜਿਹੜੀ ਦੋਸਤੀ ਕਰਨੀ ਹੈ ਨਾ, ਇਹ ਥੋੜੇ ਦਿਨਾਂ ਦੀ ਹੁੰਦੀ ਹੈ, 4 ਦਿਨਾਂ ਦੀ ਹੁੰਦੀ ਹੈ। ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਇਸ ਦੋਸਤੀ ਟੁੱਟਦੀ ਵਿਲਮ ਨਾ ਹੋਵਈ, ਇਤ ਦੋਸਤੀ ਚੱਲਣ ਵਿਕਾਰ। ਇਹ ਜਿਹੜੀ ਝੂਠੀ ਦੋਸਤੀ ਹੈ, ਇਸ ਨੂੰ ਟੁੱਟਦਿਆਂ ਹੋਇਆਂ ਕੋਈ ਦੇਰੀ ਨਹੀਂ ਲੱਗਦੀ। ਅਤੇ ਜਿਹੜੇ ਮਨਮੁਖਾਂ ਨਾਲ ਦੋਸਤੀ ਕਰਦੇ ਆ, ਕੋਈ ਉਹਨਾਂ ਦੇ ਅੰਦਰ ਦੈਵੀ ਗੁਣ ਨਹੀਂ ਪ੍ਰਗਟ ਹੁੰਦੇ। ਇਤ ਦੋਸਤੀ ਚੱਲਣ ਵਿਕਾਰ, ਇਹਦੇ ਨਾਲ ਤਾਂ ਵਿਕਾਰ ਹੀ ਪੈਦਾ ਹੁੰਦੇ ਆ, ਬੁਰਾਈਆਂ ਹੀ ਪੈਦਾ ਹੁੰਦੀਆਂ ਨੇ। ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਆ, ਜਿਨਾ ਸੱਚੇ ਕਾ ਭਾਵ ਨਹੀਂ, ਨਾਮ ਨਾ ਕਰਹਿ ਪਿਆਰ। ਨਾਨਕ ਤਿਨ ਸਿਓ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਜਿਨ੍ਹਾਂ ਦਾ ਨਾਮ ਦੇ ਨਾਲ ਪ੍ਰੇਮ ਨਹੀਂ, ਜਿਨ੍ਹਾਂ ਨੂੰ ਵਾਹਿਗੁਰੂ ਦਾ ਡਰ ਨਹੀਂ ਹੈ, ਜਿਨ੍ਹਾਂ ਸੱਚੇ ਕਾ ਭਾਉ ਨਹੀਂ, ਨਾਮ ਨਾ ਕਰਹਿ ਪਿਆਰ। ਨਾਨਕ ਤਿਨ ਸੋ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਉਹਨਾਂ ਨਾਲ ਕੀ ਮਿੱਤਰਤਾ ਕਰਨੀ ਹੈ, ਉਹਨਾਂ ਨਾਲ ਕੀ ਸੱਜਣਤਾਈ ਕਰਨੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨੇ ਹੀ ਭੁਲਾ ਦਿੱਤਾ ਹੈ। ਜਾਂ ਗੁਰੂ ਸਾਹਿਬ ਜੀ ਨੇ ਇੱਕ ਥਾਂ ਤੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਇਹ ਮਨਮੁਖਾਂ ਦੀ ਜਿਹੜੀ ਦੋਸਤੀ ਹੁੰਦੀ ਹੈ ਨਾ, ਇਹ ਮਾਇਆ ਦਾ ਹੀ ਸੰਬੰਧ ਹੁੰਦਾ ਹੈ। ਵੇਖਦਿਆਂ ਹੀ ਭੱਜ ਜਾਣ, ਕਿਤੇ ਨਾ ਪਾਇਨ ਬੰਦ।
ਜਦੋਂ ਕੋਈ ਵਿਪਤਾ ਦਾ ਸਮਾਂ ਆ ਜਾਵੇ, ਕੋਈ ਦੁੱਖ ਤਕਲੀਫ ਦਾ ਸਮਾਂ ਆ ਜਾਵੇ, ਵੇਖਦਿਆਂ ਹੀ ਭੱਜ ਜਾਂਦੇ ਆ, ਨੇੜੇ ਨਹੀਂ ਖੜਦੇ ਹਨ। ਤਾਂ ਸਤਿਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਇਹ ਕਹਿੰਦੇ ਆ ਕਿ ਤੁਸੀਂ ਫਿਰ ਵਾਹਿਗੁਰੂ ਨੂੰ ਸੱਜਣ ਬਣਾਓ, ਕਿਉਂਕਿ ਉਹ ਸੱਚੇ ਸੱਜਣ ਹਨ। ਜਾਂ ਨਾਮ ਜਪਣ ਵਾਲਿਆਂ ਨੂੰ ਸੱਜਣ ਬਣਾਓ, ਕਿਉਂਕਿ ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਇਹ ਬਚਨ ਹਨ, ਨਾਨਕ ਕੱਚੜਿਆ ਸਿਓ ਤੋੜ, ਢੂੜ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੜ ਹੈ, ਓਏ ਮੁਆ ਨਾ ਜਾਹੀ ਛੋੜ। ਤੁਸੀਂ ਸੱਜਣ ਸੰਤਾਂ ਨੂੰ ਲੱਭੋ। ਸੰਤਾਂ ਦੀ ਪਰਿਭਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਸਮ ਗੁਰਬਾਣੀ ਦੇ ਵਿੱਚ ਕੀਤੀ ਹੈ ਕਿ ਸਮੈ ਅੰਤ ਪਰ ਹੋਤ ਸਹਾਈ, ਤਾਤੇ ਸੰਗਿਆ ਸੰਤ ਬਤਾਈ। ਜਿਹੜੇ ਅੰਤ ਸਮੇਂ ਆ ਕੇ ਕੋਲ ਖੜ ਜਾਂਦੇ ਹਨ, ਅੰਤ ਸਮੇਂ ਦਾ ਮਤਲਬ ਹੈ ਜਦੋਂ ਐਂਡ ਹੋ ਜਾਂਦਾ ਹੈ, ਕੋਈ ਨਹੀਂ ਪਾਸ ਖੜਦਾ ਹੈ, ਉਦੋਂ ਜਿਹੜੇ ਨਾਮ ਜਪਣ ਵਾਲੇ ਹੁੰਦੇ ਆ ਨਾ ਗੁਰਮੁਖ ਪਿਆਰੇ, ਸਮੈ ਅੰਤ ਪਰ ਹੋਤ ਸਹਾਈ, ਤਾਤੇ ਸੰਗਿਆ ਸੰਤ ਬਤਾਈ, ਉਹਨਾਂ ਨੂੰ ਸੰਤ ਕਹਿੰਦੇ ਹਨ। ਤੋਂ ਪਹਿਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਇਹੀ ਫਰਮਾਉਂਦੇ ਹਨ ਕਿ ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਉਹਨਾਂ ਦੇ ਹਿਰਦੇ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜਿਹੜੇ ਸੱਜਣ ਹਨ ਉਹ ਆ ਕੇ ਪ੍ਰਗਟ ਹੋ ਜਾਂਦੇ ਹਨ। ਸਾਧ ਸੰਗਤ ਜੀ, ਵਾਹਿਗੁਰੂ ਸਾਡੇ ਅੰਦਰ ਹਨ, ਲੇਕਿਨ ਅਸੀਂ ਬਾਹਰ ਲੱਭਦੇ ਫਿਰਦੇ ਹਾਂ। ਇਸ ਸੰਬੰਧ ਵਿੱਚ ਇੱਕ ਇਸਲਾਮ ਧਰਮ ਦੇ ਇੱਕ ਮੁਸਲਮਾਨ ਵਿਦਵਾਨ ਹੋਏ ਨੇ, ਉਹਨਾਂ ਨੇ ਇੱਕ ਪੈਦਾਇਸ਼ ਪੁਸਤਕ ਲਿਖੀ ਹੈ। ਉਸ ਪੈਦਾਇਸ਼ ਪੁਸਤਕ ਦੇ ਵਿੱਚ ਇੱਕ ਬੜੀ ਸੁੰਦਰ ਵਾਰਤਾ ਹੈ ਕਿ ਇੱਕ ਦਿਨ ਅੱਲਾ ਨੇ, ਵਾਹਿਗੁਰੂ ਨੇ ਸਾਰੇ ਫਰਿਸ਼ਤਿਆਂ ਨੂੰ ਸੱਦਿਆ ਤੇ ਸਾਰੇ ਫਰਿਸ਼ਤਿਆਂ ਨੂੰ, ਦੇਵਤਿਆਂ ਨੂੰ ਸੱਦ ਕੇ ਵਾਹਿਗੁਰੂ ਕਹਿਣ ਲੱਗੇ ਕਿ ਅਸੀਂ ਇਹ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, 84 ਲੱਖ ਜੀਵ ਜੰਤੂ ਬਣਾਏ ਹਨ, ਪਰ ਇਹ ਜਿਹੜਾ ਮਨੁੱਖ ਹੈ ਨਾ, ਇਹ ਬੜਾ ਅਹਿਸਾਨ ਫਰਾਮੋਸ਼ ਹੈ, ਇਹ ਬੜਾ ਲਾਲਚੀ ਹੈ, ਇਹ ਮੈਂ ਕਰਦਾ ਹੈ, ਇਹ ਚੁਗਲਖੋਰ ਹੈ, ਨਿੰਦਕ ਹੈ, ਕਦੀ ਧੰਨਵਾਦ ਨਹੀਂ ਕਰਦਾ, ਕਦੀ ਨਾਮ ਨਹੀਂ ਜਪਦਾ। ਤੇ ਵਾਹਿਗੁਰੂ ਕਹਿਣ ਲੱਗੇ ਫਰਿਸ਼ਤਿਆਂ ਨੂੰ ਕਿ ਮੈਂ ਇਹਦੇ ਕੋਲ ਨਹੀਂ ਰਹਿਣਾ, ਇਸ ਇਨਸਾਨ ਦੇ ਕੋਲ। ਮੈਨੂੰ ਕੋਈ ਇਹੋ ਜਿਹਾ ਟਿਕਾਣਾ ਦੱਸੋ ਕਿ ਜਿੱਥੇ ਇਨਸਾਨ ਪਹੁੰਚ ਨਾ ਸਕੇ, ਕਿਉਂਕਿ ਇਹ ਨਾ ਸ਼ੁਕਰੇ ਹੈ, ਧੰਨਵਾਦ ਨਹੀਂ ਕਰਦੇ, ਨਾਮ ਨਹੀਂ ਜਪਦੇ। ਤੇ ਉਸ ਸਮੇਂ ਇੱਕ ਫਰਿਸ਼ਤਾ ਕਹਿਣ ਲੱਗਿਆ ਕਿ ਵਾਹਿਗੁਰੂ ਅੱਲਾ, ਤੁਸੀਂ ਪਹਾੜਾਂ ਦੇ ਵਿੱਚ ਚਲੇ ਜਾਓ, ਉੱਥੇ ਬੰਦੇ ਨਹੀਂ ਪਹੁੰਚ ਸਕਣਗੇ। ਵਾਹਿਗੁਰੂ ਕਹਿਣ ਲੱਗੇ ਕਿ ਇਹ ਬੜੇ ਚਲਾਕ ਬੰਦੇ ਐ, ਇਹਨਾਂ ਨੇ ਪਹਾੜਾਂ ਤੇ ਪਹੁੰਚ ਜਾਣਾ, ਮਾਊਂਟ ਐਵਰੈਸਟ ਦੀਆਂ ਚੋਟੀਆਂ ਤੇ ਪਹੁੰਚ ਜਾਣਾ, ਹਿਮਾਲਿਆ ਪਰਬਤ ਤੱਕ ਪਹੁੰਚ ਜਾਣਾ ਇਹਨਾਂ ਨੇ, ਇਸ ਕਰਕੇ ਮੈਂ ਪਹਾੜਾਂ ਦੇ ਵਿੱਚ ਜਾ ਕੇ ਨਹੀਂ ਰਹਿ ਸਕਦਾ ਹਾਂ। ਇੱਕ ਦੂਸਰਾ ਫਰਿਸ਼ਤਾ ਬੋਲਿਆ, ਤੁਸੀਂ ਵਾਹਿਗੁਰੂ ਸਮੁੰਦਰ ਦੇ ਵਿੱਚ ਚਲੇ ਜਾਓ, ਉੱਥੇ ਨਹੀਂ ਪਹੁੰਚ ਸਕਣਗੇ। ਵਾਹਿਗੁਰੂ ਕਹਿਣ ਲੱਗੇ ਕਿ ਇਹਨਾਂ ਨੇ ਸਮੁੰਦਰ ਵਿੱਚ ਵੀ ਪਹੁੰਚ ਜਾਣਾ ਹੈ, ਇਹਨਾਂ ਨੇ ਕਿਸ਼ਤੀਆਂ ਤੇ ਵੱਡੀਆਂ ਵੱਡੀਆਂ ਬੇੜੀਆਂ, ਜਹਾਜ਼ ਇੱਥੋਂ ਤੱਕ ਕਿ ਪਣਡੁੱਬੀਆਂ ਬਣਾ ਲੈਣੀਆਂ ਕਿ ਸਮੁੰਦਰ ਦੀ ਤਹਿ ਦੇ ਵਿੱਚ ਪਹੁੰਚ ਜਾਣਗੇ ਇਹ। ਇੱਕ ਤੀਸਰਾ ਫਰਿਸ਼ਤਾ ਬੋਲਿਆ ਕਿ ਤੁਸੀਂ ਫਿਰ ਕਿਸੇ ਹੋਰ ਧਰਤੀ ਤੇ ਚਲੇ ਜਾਓ, ਕਿਸੇ ਹੋਰ ਗ੍ਰਹਿ ਦੇ ਉੱਤੇ ਚਲੇ ਜਾਓ। ਤੇ ਵਾਹਿਗੁਰੂ ਕਹਿੰਦੇ ਕਿ
ਇਹਨੇ ਹੋਰ ਧਰਤੀਆਂ ਤੇ ਵੀ ਪਹੁੰਚ ਜਾਣਾ ਹੈ, ਇਹਨੇ ਮੰਗਲ ਗ੍ਰਹਿ ਤੇ ਵੀ ਪਹੁੰਚ ਜਾਣਾ ਹੈ, ਚੰਦਰਮਾ ਤੇ ਵੀ ਪਹੁੰਚ ਜਾਣਾ ਹੈ। ਇਸ ਕਰਕੇ ਤੁਸੀਂ ਕੋਈ ਹੋਰ ਮੈਨੂੰ ਸਲਾਹ ਦੇਵੋ। ਤਾਂ ਇੱਕ ਬੜਾ ਸਿਆਣਾ ਫਰਿਸ਼ਤਾ ਸੀ, ਉਹ ਕਹਿਣ ਲੱਗਿਆ, ਮਹਾਰਾਜ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਹਾਂ, ਤੁਸੀਂ ਇਹਦੇ ਅੰਦਰ ਮਨੁੱਖ ਦੇ ਬਹਿ ਜਾਓ, ਇਸ ਦੇ ਅੰਦਰ ਬੈਠ ਜਾਓ। ਇਹਨੇ ਬਾਹਰ ਲੱਭੀ ਜਾਣਾ, ਤੁਸੀਂ ਅੰਦਰ ਬੈਠੋ। ਵਾਹਿਗੁਰੂ ਕਹਿੰਦੇ ਇਹ ਠੀਕ ਹੈ। ਤੇ ਸਾਧ ਸੰਗਤ ਜੀ, ਉਸ ਪੈਦਾਇਸ਼ ਪੁਸਤਕ ਦੇ ਵਿੱਚ ਇਹ ਲਿਖਿਆ ਹੈ ਕਿ ਵਾਹਿਗੁਰੂ ਮਨੁੱਖਾਂ ਦੇ ਅੰਦਰ ਬੈਠ ਗਏ ਤੇ ਬਾਹਰ ਲੱਭਦਾ ਫਿਰਦਾ ਹੈ। ਤੇ ਸਾਧ ਸੰਗਤ ਜੀ, ਜਿਹਨੂੰ ਵੀ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ ਤੇ ਉਹਨਾਂ ਨੇ ਫਿਰ ਇਹੀ ਬਚਨ ਕੀਤੇ ਕਿ ਜਿਵੇਂ ਭਗਤ ਫਰੀਦ ਸਾਹਿਬ ਜੀ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ, ਕਾਫੀ ਤਪੱਸਿਆ ਤੋਂ ਬਾਅਦ ਜਦੋਂ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ ਤਾਂ ਫਰੀਦ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤੇ, ਫਰੀਦਾ ਜੰਗਲ ਜੰਗਲ ਕਿਆ ਭਵਹਿ, ਵਣ ਕੰਡਾ ਮੋੜ ਏਹ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਕਿ ਐ ਭਾਈ ਤੂੰ ਜੰਗਲ ਜੰਗਲ ਵਿੱਚ ਕੀ ਲੱਭਦਾ ਫਿਰਦਾ ਹੈ? ਵਸੀ ਰੱਬ ਹਿਆਲੀਐ, ਰੱਬ ਤਾਂ ਤੇਰੇ ਅੰਦਰ ਸੀ, ਜੰਗਲ ਕਿਆ ਢੂੰਡੇ, ਤੂੰ ਜੰਗਲ ਵਿੱਚ ਕੀ ਲੱਭਦਾ ਹੈ? ਵਣ ਕੰਡਾ ਮੋੜੇ, ਜੰਗਲ ਵਿੱਚ ਆ ਕੱਖਾਂ ਨੂੰ, ਕੰਡਿਆਂ ਨੂੰ ਮੋੜੀ ਜਾਂਦਾ ਹੈ, ਲਤਾੜੀ ਜਾਂਦਾ ਹੈ। ਜੰਗਲ ਵਿੱਚ ਦਰਿੰਦੇ ਪਰਿੰਦੇ ਤਾਂ ਮਿਲ ਸਕਦੇ ਹਨ, ਪਰ ਵਾਹਿਗੁਰੂ ਨਹੀਂ ਮਿਲਣਾ। ਵਸੀ ਰੱਬ ਹਿਆਲੀਐ, ਵਾਹਿਗੁਰੂ ਨੇ ਜਦੋਂ ਵੀ ਪ੍ਰਗਟ ਹੋਣਾ ਹੈ ਨਾ ਸਾਧ ਸੰਗਤ ਜੀ, ਉਦੋਂ ਅੰਦਰੋਂ ਹੀ ਪ੍ਰਕਾਸ਼ ਹੋਣਾ ਹੈ। ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ, ਰਹਾਉ ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਮਹਾਰਾਜ ਕਹਿੰਦੇ ਕਿ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ, ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਵਾਂ ਹੈ, ਇਸੇ ਤਰ੍ਹਾਂ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ। ਤੇ ਇਹ ਪ੍ਰਗਟ ਕਿਵੇਂ ਹੋਏਗੀ? ਹਰ ਸੱਜਣ ਪ੍ਰਗਟੇ ਆਏ। ਜਦੋਂ ਵਾਹਿਗੁਰੂ ਨੂੰ ਸੱਜਣ ਬਣਾ ਲਵਾਂਗੇ ਨਾ, ਕਿ ਵਾਹਿਗੁਰੂ ਸੱਜਣ ਹਨ, ਤੇ ਰੋਜ਼ਾਨਾ ਜ਼ਿੰਮੇਵਾਰੀ ਦੇ ਨਾਲ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ 2.5 ਘੰਟੇ ਸਿਮਰਨ ਕਰਾਂਗੇ ਘੱਟ ਤੋਂ ਘੱਟ। ਤੇ ਸਾਧ ਸੰਗਤ ਜੀ, 20-21 ਘੰਟੇ ਦੁਨੀਆ ਨੂੰ ਦੇ ਸਕਦੇ ਹਾਂ ਅਸੀਂ, ਕਿ 2.5 ਘੰਟੇ ਵਾਹਿਗੁਰੂ ਦਾ ਸਿਮਰਨ ਨਹੀਂ ਕਰ ਸਕਦੇ। ਚਾਹੁੰਦੇ ਵੀ ਸਾਰੇ ਇਹ ਆ ਵੀ ਸਾਨੂੰ ਆਨੰਦ ਪ੍ਰਾਪਤ ਹੋਵੇ। ਆਨੰਦ ਕਿਉਂ ਨਹੀਂ ਪ੍ਰਾਪਤ ਹੁੰਦਾ? ਤਾਂ ਮਹਾਰਾਜ ਕਹਿੰਦੇ ਹਰ ਸੱਜਣ ਪ੍ਰਗਟੇ ਆਏ। ਜਦੋਂ ਤੁਸੀਂ ਵਾਹਿਗੁਰੂ ਨੂੰ ਸੱਜਣ ਬਣਾ ਲਵੋਗੇ ਤੇ ਵਾਹਿਗੁਰੂ ਦਾ ਸਿਮਰਨ ਕਰੋਗੇ, ਫੇਰ ਮੂਲ ਮੰਤਰ ਦਾ ਜਾਪ ਕਰੋਗੇ, ਜਪਜੀ ਸਾਹਿਬ ਦੇ ਪਾਠ ਕਰੋਗੇ, ਜਾਪ ਸਾਹਿਬ ਦੇ ਪਾਠ ਕਰੋਗੇ, ਸੁਖਮਨੀ ਸਾਹਿਬ ਦੇ ਪਾਠ ਕਰੋਗੇ, ਚਾਚਰੀ ਛੰਦ ਦਾ ਅਭਿਆਸ ਕਰੋਗੇ, ਫਿਰ ਸਾਧ ਸੰਗਤ ਜੀ ਪ੍ਰਗਟੇ ਆਏ। ਵਾਹਿਗੁਰੂ ਅੰਦਰ ਗੁਪਤ ਹਨ, ਉਹ ਪ੍ਰਗਟ ਹੋ ਜਾਣਗੇ। ਤੇ ਫੇਰ ਸਾਧ ਸੰਗਤ ਜੀ ਫਲਗੁਣ ਆਨੰਦ ਉਪਾਰਜਨਾ, ਫੇਰ ਆਨੰਦ ਜਿਹੜਾ ਹੈ ਨਾ, ਉਹ ਉਪਾਰਜਨਾ ਕੀ ਪੈਦਾ ਹੋ ਜਾਏਗਾ, ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਆਨੰਦ ਕੀ ਹੈ? ਆਨੰਦ ਦੀ ਕੀ ਪਰਿਭਾਸ਼ਾ ਹੈ? ਅਸੀਂ ਤਾਂ ਬੜੀ ਛੋਟੀ ਪਰਿਭਾਸ਼ਾ, ਬੜੀ ਹਲਕੇ ਦਰਜੇ ਦੀ ਪਰਿਭਾਸ਼ਾ ਆਨੰਦ ਦੀ ਬਣਾਈ ਹੋਈ ਹੈ। ਚੰਗਾ ਛਕਣ ਛਕਾਣ ਨੂੰ ਮਿਲ ਗਿਆ, ਚੰਗਾ ਘੁੰਮਣ ਨੂੰ ਮਿਲ ਗਿਆ, ਤੇ ਕਹਿੰਦੇ ਆ ਬੜਾ ਹੀ ਆਨੰਦ ਆਇਆ ਅੱਜ ਤੇ ਬੜਾ ਆਨੰਦ ਆਇਆ, ਅੱਜ ਬੜਾ ਸੋਹਣਾ ਮੇਲਾ ਦੇਖਿਆ, ਸਾਨੂੰ ਬੜਾ ਆਨੰਦ ਆਇਆ। ਇਹ ਸਾਧ ਸੰਗਤ ਜੀ ਆਨੰਦ ਦੀ ਥੋੜਾ ਪਰਿਭਾਸ਼ਾ ਹੈ। ਆਨੰਦ ਉਸ ਅਵਸਥਾ ਨੂੰ ਕਹਿੰਦੇ ਆ, ਸਿਮਰਨ ਸ਼ੁਰੂਆਤ ਹੈ, ਤੇ ਸਿਮਰਨ ਦਾ ਜਿਹੜਾ ਸਿਖਰ ਹੈ ਨਾ, ਸਿਖਰ ਉਹ ਆਨੰਦ ਹੈ। ਸਿਮਰਨ
ਸ਼ੁਰੂਆਤ ਹੈ ਤੇ ਮੰਜ਼ਿਲ ਆਨੰਦ ਹੈ। ਤੇ ਸਾਧ ਸੰਗਤ ਜੀ, ਵੈਸੇ ਜੇ ਆਨੰਦ ਦੇ ਸੰਬੰਧ ਵਿੱਚ ਕੁਝ ਕਹਿਣਾ ਹੋਵੇ ਨਾ, ਤਾਂ ਇੱਕ ਵਿਦਵਾਨ ਨੇ ਆਨੰਦ ਦਾ ਅਰਥ ਕੀਤਾ ਹੈ ਕਿ ਇੱਕ ਐਸਾ ਮਹਾਨ ਅਲੌਕਿਕ ਰਸ, ਇੱਕ ਐਸਾ ਮਹਾਨ ਸਰੂਰ, ਇੱਕ ਐਸੀ ਮਹਾਨ ਖੁਮਾਰੀ ਤੇ ਜਿਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਆਨੰਦ ਦੇ ਸੰਬੰਧ ਵਿੱਚ ਕੁਝ ਕਹਿਣਾ ਹੋਵੇ, ਫਿਰ ਇਹੀ ਬਚਨ ਗੁਰੂ ਸਾਹਿਬ ਜੀ ਦੇ ਅਸੀਂ ਕਹਿ ਸਕਦੇ ਹਾਂ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਗੂੰਗੇ ਬੰਦੇ ਨੇ ਜੇ ਉਸ ਨੂੰ ਗੁੜ ਖਵਾ ਦੋ ਤੇ ਉਸ ਨੂੰ ਪੁੱਛੋ ਵੀ ਤੂੰ ਦੱਸ ਹਾਂ ਕਿੰਨਾ ਕੁ ਸਵਾਦ ਸੀ, ਕਿੰਨਾ ਕੁ ਆਨੰਦ ਆਇਆ ਗੁੜ ਖਾ ਕੇ, ਤੇ ਸਾਧ ਸੰਗਤ ਜੀ ਗੂੰਗਾ ਕੀ ਦੱਸ ਸਕਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਗ੍ਰੰਥਾਂ ਦੇ ਵਿੱਚ 3 ਤਰ੍ਹਾਂ ਦਾ ਆਨੰਦ ਲਿਖਿਆ ਹੈ। ਇੱਕ ਵਿਸ਼ਾ ਆਨੰਦ ਹੈ, ਇੱਕ ਭਜਨਾ ਆਨੰਦ ਹੈ, ਇੱਕ ਬ੍ਰਹਮਾ ਆਨੰਦ ਹੈ। ਵਿਸ਼ਿਆਂ ਦਾ ਆਨੰਦ ਤੇ ਸਾਧ ਸੰਗਤ ਜੀ ਇਸ ਤਰ੍ਹਾਂ, ਜਿਵੇਂ ਖੂਹ ਦਾ ਪਾਣੀ ਹੋਵੇ, ਤੇ ਜਿਹੜਾ ਭਜਨਾ ਆਨੰਦ ਹੈ ਇਹ ਸਾਧ ਸੰਗਤ ਜੀ ਇਸ ਤਰ੍ਹਾਂ, ਜਿਵੇਂ ਦਰਿਆ ਦਾ, ਨਦੀਆਂ ਦਾ ਪਾਣੀ ਹੋਵੇ। ਤੇ ਜਿਹੜਾ ਬ੍ਰਹਮਾ ਆਨੰਦ ਹੈ ਨਾ, ਇਹ ਇਸ ਤਰ੍ਹਾਂ ਜਿਵੇਂ ਅਥਾਹ ਸਮੁੰਦਰਾਂ ਦਾ ਪਾਣੀ ਹੋਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ 3 ਤਰ੍ਹਾਂ ਦਾ ਆਨੰਦ ਕਥਨ ਕੀਤਾ ਹੈ। ਜਦੋਂ ਅਸੀਂ ਗਿਆਨ ਖੰਡ ਵਾਲੀ ਪੌੜੀ ਪੜ੍ਹਦੇ ਹਾਂ ਤਾਂ ਮਹਾਰਾਜ ਸਾਹਿਬ ਜੀ ਬਚਨ ਉਚਾਰਨ ਕਰਦੇ ਨੇ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਜਦੋਂ ਗਿਆਨ ਖੰਡ ਦੇ ਵਿੱਚ ਗਿਆਨ ਜਿਹੜਾ ਹੈ ਪ੍ਰਚੰਡ ਗਿਆਨ ਹੋ ਜਾਂਦਾ ਹੈ, ਤੇਜਸਵੀ ਗਿਆਨ ਹੋ ਜਾਂਦਾ ਹੈ, ਤੇ ਸਾਧ ਸੰਗਤ ਜੀ ਤਿੱਥੈ ਨਾਦ ਵਿਨੋਦ ਕੋਡ ਆਨੰਦ, 3 ਤਰ੍ਹਾਂ ਦਾ ਆਨੰਦ ਹੈ। ਇੱਕ ਨਾਦ ਆਨੰਦ ਹੈ, ਇੱਕ ਵਿਨੋਦ ਆਨੰਦ ਹੈ, ਇੱਕ ਕੋਡ ਆਨੰਦ ਹੈ। ਅਗਰ ਨਾਦ ਆਨੰਦ ਨੂੰ, ਵਿਨੋਦ ਆਨੰਦ ਨੂੰ, ਕੋਡ ਆਨੰਦ ਨੂੰ ਸਮਝਣਾ ਹੋਵੇ ਤਾਂ ਮਹਾਂਪੁਰਸ਼ ਇੱਕ ਪ੍ਰਮਾਣ ਦਿੰਦੇ ਹੈ ਕਿ ਨਾਦ ਆਨੰਦ ਤਾਂ ਇਸ ਤਰ੍ਹਾਂ ਹੈ, ਜਿਵੇਂ ਕਿਸੇ ਮਾਤਾ ਦਾ, ਕਿਸੇ ਬੀਬੀ ਦਾ ਕੋਈ ਬੱਚਾ ਗਵਾਚ ਜਾਵੇ ਮੇਲੇ ਦੇ ਵਿੱਚ, ਤੇ ਸਾਧ ਸੰਗਤ ਜੀ ਉਹ ਮਹੀਨੇ ਬਾਅਦ ਜਾ ਕੇ ਉਸ ਬੀਬੀ ਨੂੰ, ਮਾਤਾ ਨੂੰ ਪਤਾ ਲੱਗੇ ਵੀ ਫਲਾਣੇ ਥਾਂ ਤੇ ਬੱਚਾ ਹੈ, ਉਹ ਲੱਭ ਗਿਆ ਹੈ। ਇਹ ਸੁਣ ਕੇ ਮਾਤਾ ਨੂੰ ਜਿਹੜਾ ਆਨੰਦ ਆਇਆ ਨਾ, ਉਹਨੂੰ ਨਾਦ ਆਨੰਦ ਕਹਿੰਦੇ ਆ। ਫਿਰ ਉਹ ਮਾਤਾ ਜਿਹੜੀ ਸੀ, ਫਿਰ ਉਸ ਨੇ ਬੜੇ ਉਦਮ ਦੇ ਨਾਲ ਜਿੱਥੇ ਬੱਚਾ ਸੀ ਉੱਥੇ ਪਹੁੰਚੀ। ਤੇ ਸਾਧ ਸੰਗਤ ਜੀ, ਜਦੋਂ ਉਸ ਨੇ ਆਪਣੇ ਬੱਚੇ ਨੂੰ ਆਪਣੇ ਨੇਤਰਾਂ ਦੇ ਨਾਲ ਦੇਖਿਆ, ਤੇ ਸਾਧ ਸੰਗਤ ਜੀ ਉਹ ਦੇਖਣ ਦੇ ਨਾਲ ਜਿਹੜਾ ਮਾਤਾ ਨੂੰ ਜੋ ਖੁਸ਼ੀ, ਜੋ ਆਨੰਦ ਪ੍ਰਾਪਤ ਹੋਇਆ, ਉਸ ਨੂੰ ਵਿਨੋਦ ਆਨੰਦ ਕਹਿੰਦੇ ਆ। ਤੇ ਜਦੋਂ ਜਾ ਕੇ ਘੁੱਟ ਕੇ ਜੱਫੀ ਦੇ ਵਿੱਚ ਲੈ ਲਿਆ, ਗਲਵੱਕੜੀ ਦੇ ਵਿੱਚ ਲੈ ਲਿਆ, ਤੇ ਪੁੱਤ ਦਾ ਮੂੰਹ ਚੁੰਮਿਆ, ਤੇ ਸਾਧ ਸੰਗਤ ਜੀ ਉਸ ਨੂੰ ਕੋਡ ਆਨੰਦ ਕਹਿੰਦੇ ਆ। ਇੱਕ ਸਮਝਣ ਵਾਸਤੇ ਮਹਾਂਪੁਰਸ਼ ਪ੍ਰਮਾਣ ਦਿੰਦੇ ਹਨ। ਤੋ ਨਾਦ ਆਨੰਦ ਕੀ ਹੈ? ਨਾਦ ਆਨੰਦ ਹੁੰਦਾ ਹੈ ਸਾਧ ਸੰਗਤ ਜੀ, ਜਦੋਂ ਅਸੀਂ ਸਿਮਰਨ ਭਜਨ ਕਰਦੇ ਹਾਂ, ਜਦੋਂ ਗਿਆਨ ਪ੍ਰਚੰਡ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ, ਤੇ ਫਿਰ ਨਾਦ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਕਿ
फिर ये जो बोलत है मृग मीन पंखेरू सो बिन हर जापत है नहीं होर। ਪਸ਼ੂ ਪੰਛੀਆਂ 'ਚ ਵੀ ਨਾਮ ਹੀ ਸੁਣਨ ਲੱਗ ਜਾਂਦਾ ਹੈ, ਜੜ ਚੀਜ਼ਾਂ 'ਚ ਵੀ ਨਾਮ ਸੁਣਦਾ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਫਿਰ ਸਾਰਿਆਂ ਦੇ ਹਿਰਦੇ ਵਿੱਚ ਨਾਮ ਸੁਣਦਾ ਵੀ ਸਾਰੇ ਵਾਹਿਗੁਰੂ ਵਾਹਿਗੁਰੂ ਹੀ ਜਪੀ ਜਾ ਰਹੇ ਹਨ। ਇਹ ਨਾਦ ਆਨੰਦ ਹੈ। ਜਦੋਂ ਜੜ ਤੱਤਾਂ ਦੇ ਵਿੱਚੋਂ ਵੀ ਸਿਮਰਨ ਦੀਆਂ ਆਵਾਜ਼ਾਂ ਸੁਣਨ ਲੱਗ ਜਾਣ, ਬਹੁਤ ਉੱਚੀ ਅਵਸਥਾ ਹੈ ਸਾਧ ਸੰਗਤ ਜੀ, ਨਾਦ ਆਨੰਦ। ਵਿਨੋਦ ਆਨੰਦ ਉਹ ਇਸ ਤਰ੍ਹਾਂ ਸਾਧ ਸੰਗਤ ਜੀ ਕਿ ਦੋ ਤਰ੍ਹਾਂ ਦੀ ਸ੍ਰਿਸ਼ਟੀ ਹੈ, ਇੱਕ ਖਾਕੀ ਸ੍ਰਿਸ਼ਟੀ ਹੈ, ਇੱਕ ਨੂਰੀ ਸ੍ਰਿਸ਼ਟੀ ਹੈ। ਨੂਰੀ ਸ੍ਰਿਸ਼ਟੀ ਦੇ ਵਿੱਚ ਦੇਵੀ ਦੇਵਤੇ, ਪੀਰ ਪੈਗੰਬਰ, ਸ਼ਹੀਦ ਸਿੰਘ ਸਾਰੇ ਹੀ ਆ ਜਾਂਦੇ ਆ। ਤੇ ਜਦੋਂ ਸਾਧ ਸੰਗਤ ਜੀ ਉਹਨਾਂ ਦੇ ਦਰਸ਼ਨ ਹੋਣ ਲੱਗ ਜਾਣ, ਉਸ ਨੂੰ ਵਿਨੋਦ ਆਨੰਦ ਕਹਿੰਦੇ ਆ। ਤੇ ਕੋੜ ਆਨੰਦ ਸਾਧ ਸੰਗਤ ਜੀ ਉਸ ਨੂੰ ਕਹਿੰਦੇ ਆ ਕਿ ਹਉ ਤੁਮਰੀ ਕਰੋ ਨਿਤ ਆਸ ਪ੍ਰਭ, ਮੋਹੇ ਕਬ ਗਲ ਲਾਵਹਿੰਗੇ। ਜਦੋਂ ਵਾਹਿਗੁਰੂ ਜੀ ਆਪਣੇ ਗਲ ਦੇ ਨਾਲ ਲਾ ਲੈਣ, ਵਾਹਿਗੁਰੂ ਜੀ ਦੇ ਸਰੂਪ ਦੀ ਅਭੇਦਤਾ ਹੋ ਜਾਵੇ ਤੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, सूरज किरण मिले जल का जल हुआ राम। ये साध संगत जी कोड आनंद है। तो ये तीन तरह का आनंद है। शुरुआत सिमरन नाल ही, इसकी आरंभता सिमरन तो ही हुंदी है। तो धन धन साहिब श्री गुरु अर्जन देव सच्चे पातशाह महाराज जी फग्गण के महीने द्वारा उपदेश बख्शिश करते हैं। फल गुण आनंद उपार्जना हर सज्जन प्रगटे आए। फग्गण ਦੇ ਮਹੀਨੇ ਦੁਆਰਾ ਫਰਮਾਉਂਦੇ ਹਨ, ਉਹਨਾਂ ਜਗਿਆਸੂਆਂ ਦੇ ਹਿਰਦੇ ਦੇ ਵਿੱਚ, ਉਹਨਾਂ ਸਾਧਕਾਂ ਦੇ ਹਿਰਦੇ ਦੇ ਵਿੱਚ, ਉਹਨਾਂ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜਿਹੜੇ ਸੱਜਣ ਹਨ ਉਹ ਆ ਕੇ ਪ੍ਰਗਟ ਹੋ ਜਾਂਦੇ ਹਨ। ਸਾਧ ਸੰਗਤ ਜੀ ਇੱਕ ਵਾਰੀ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਾਨੂੰ ਆਨੰਦ ਨਹੀਂ ਆਉਂਦਾ ਹੈ। ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਕਿ ਖਾਲਸਾ ਜੀ ਇਹ ਗਰਮੀ ਦੀ ਰੁੱਤ ਹੈ, ਸ਼ਰਦਾਈ ਤਿਆਰ ਕਰੋ। ਤੇ ਸਾਧ ਸੰਗਤ ਜੀ ਸਿੰਘਾਂ ਨੇ ਸ਼ਰਦਾਈ ਜਦੋਂ ਤਿਆਰ ਕੀਤੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਿੰਘਾਂ ਨੂੰ ਕਹਿਣ ਲੱਗੇ, ਖਾਲਸਾ ਜੀ ਹੁਣ ਸ਼ਰਦਾਈ ਪੀਣੀ ਨਹੀਂ, ਤੁਸੀਂ ਸ਼ਰਦਾਈ ਦੀਆਂ ਕੁਰਲੀਆਂ ਕਰਨੀਆਂ। ਉਹ ਸਿੰਘਾਂ ਨੇ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਬਚਨ ਮੰਨਣਾ ਸੀ ਤੇ ਉਹਨਾਂ ਨੇ ਬਾਟਿਆਂ ਦੇ ਵਿੱਚ ਜਦੋਂ ਸ਼ਰਦਾਈ ਪਾਈ ਤੇ ਸ਼ਰਦਾਈ ਪੀਤੀ ਨਹੀਂ, ਬਸ ਕੁਰਲੀਆਂ ਹੀ ਕਰੀ ਗਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਹਿੰਦੇ ਦੱਸੋ ਖਾਲਸਾ ਜੀ ਕੋਈ ਆਨੰਦ ਆਇਆ ਤੁਹਾਨੂੰ, ਕੋਈ ਠੰਡਕ ਮਹਿਸੂਸ ਹੋਈ? ਤੇ ਸਿੰਘ ਕਹਿਣ ਲੱਗੇ, ਮਹਾਰਾਜ ਜੇ ਸ਼ਰਦਾਈ ਪੀਂਦੇ ਤਾਂ ਹੀ ਆਨੰਦ ਆਉਣਾ ਸੀ, ਤਾਂ ਹੀ ਕੋਈ ਠੰਡਕ ਮਹਿਸੂਸ ਹੋਣੀ ਸੀ। ਅਸੀਂ ਤੇ ਸ਼ਰਦਾਈ ਪੀਤੀ ਨਹੀਂ, ਅਸੀਂ ਤੇ ਕੁਰਲੀਆਂ ਹੀ ਕਰੀ ਗਏ ਆ। ਤੇ ਮਹਾਰਾਜ ਕਹਿਣ ਲੱਗੇ, ਖਾਲਸਾ ਜੀ ਤੁਸੀਂ ਪੁੱਛਦੇ ਹੋ, ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਸਾਨੂੰ ਆਨੰਦ ਨਹੀਂ ਆਉਂਦਾ, ਕੁਰਲੀਆਂ ਤੇ ਕਰੀ ਜਾਂਦੇ ਆ, ਅੰਦਰ ਤੇ ਲੈ ਕੇ ਹੀ ਨਹੀਂ ਜਾਂਦੇ ਬਾਣੀ ਨੂੰ। ਅਸੀਂ ਮਹਾਰਾਜ ਕਹਿ ਉਸ ਸਮੇਂ ਬਚਨ ਉਚਾਰਨ ਕੀਤੇ ਮਹਾਰਾਜ ਸਾਹਿਬ ਜੀ ਨੇ ਕਿ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਹ ਬਾਣੀ ਸੱਚੀ ਹੈ, ਮਿੱਠੀ ਹੈ, ਅੰਮ੍ਰਿਤ ਦੀ ਧਾਰਾ ਹੈ, ਪਰ ਇਸ ਨੂੰ ਪੀਣਾ ਪਏ, ਪੀਓਗੇ ਫਿਰ ਮੋਖ ਦੁਆਰ ਦੀ ਪ੍ਰਾਪਤੀ ਹੋਏਗੀ, ਫਿਰ ਸੱਚਖੰਡ ਦੀ ਪ੍ਰਾਪਤੀ ਹੋਏਗੀ, ਫਿਰ ਕੋਈ ਆਨੰਦ ਆਏਗਾ। ਮਾਫ ਕਰਨਾ ਸਾਧ ਸੰਗਤ ਜੀ,
ਅਸੀਂ ਏਡੀ ਏਡੀ ਉਮਰ ਸਾਡੀ ਹੋ ਗਈ ਹੈ, ਅਸੀਂ ਗੁਰਬਾਣੀ ਦੀ ਸੰਥਿਆ ਨਹੀਂ ਕਰ ਸਕੇ, ਗੁਰੂ ਸਾਹਿਬ ਜੀ ਦੀ ਬਾਣੀ ਦੇ ਅਸੀਂ ਦਰਸ਼ਨ ਨਹੀਂ ਕਰ ਸਕੇ। ਜਿਹੜਾ ਮਨੁੱਖ ਜਨਮ ਸਾਨੂੰ ਮਿਲਿਆ ਹੈ, ਇਹਦਾ ਇੱਕੋ ਇੱਕ ਪ੍ਰਯੋਜਨ ਹੈ, ਜਿਹੜਾ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਦੱਸਿਆ, ਭਈ ਪ੍ਰਾਪਤ ਮਾਨੁਖ ਦੀ ਹੁਰੀਆ, ਗੋਬਿੰਦ ਮਿਲਨ ਕੀ ਹੀ ਤੇਰੀ ਬਰੀਆ। ਇੱਕੋ ਹੀ ਮਕਸਦ ਹੈ, ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗ ਹੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਪਰ ਸਾਧ ਸੰਗਤ ਜੀ, ਅਸੀਂ ਨਾਮ ਵੱਲ ਨਹੀਂ ਲੱਗਦੇ। ਜੇ ਬਾਣੀ ਪੜ੍ਹਦੇ ਆ, ਤੇਜ ਤੇਜ ਅਸ਼ੁੱਧ ਬਾਣੀ ਪੜ੍ਹਦੇ ਆ, ਨਾ ਇੱਕ ਆਸਨ ਤੇ ਬਾਣੀ ਪੜ੍ਹ ਸਕਦੇ ਆ ਬੈਠ ਕੇ, ਨਾ ਮਨ ਟਿਕਦਾ ਹੈ, ਨਾ ਪ੍ਰੇਮ ਨਾਲ ਬੰਦਗੀ ਕਰਦੇ ਆ, ਤੇ ਸਾਧ ਸੰਗਤ ਜੀ ਕੀ ਆਨੰਦ ਆਵੇ? ਕਿਵੇਂ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋਣ? ਅਗਰ ਅਸੀਂ ਆਨੰਦ ਪ੍ਰਾਪਤ ਕਰਨਾ ਹੈ, ਅਸੀਂ ਚਾਹੁੰਦੇ ਆ ਸਾਡੇ ਲੋਕ ਸੁਖੀ ਤੇ ਪਰਲੋਕ ਸੁਹੇਲੇ ਹੋਣ, ਫਿਰ ਕਮ ਸੇ ਕਮ 7 ਬਾਣੀਆਂ ਤੇ ਸ਼ੁੱਧ ਕਰ ਲਈਏ, 7 ਬਾਣੀਆਂ ਦਾ ਅਭਿਆਸ ਕਰੀਏ, ਸੰਥਿਆ ਕਰੀਏ, ਪਿਆਰ ਨਾਲ ਜਪਜੀ ਸਾਹਿਬ ਦਾ ਪਾਠ ਕਰੀਏ। ਇਹ ਨਹੀਂ ਵੀ ਤੇਜ਼ੀ ਨਾਲ ਕਰੀ ਜੋ, ਤੇਜ਼ੀ ਨਾਲ ਕਰਦੇ ਹੋ ਤੇ ਸਾਧ ਸੰਗਤ ਜੀ ਪਤਾ ਹੀ ਨਹੀਂ ਲੱਗਦਾ ਵੀ ਕੀ ਮਹਾਰਾਜ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਸ ਕਰਕੇ ਸਾਨੂੰ ਆਨੰਦ ਨਹੀਂ ਆਉਂਦਾ ਹੈ। ਪਰ ਜਿਹੜੇ ਗੁਰਮੁਖ ਹੁੰਦੇ ਆ, ਉਹ ਸਹਿਜ ਸਹਿਜ ਗੁਣ ਰਮੈ ਕਬੀਰਾ, ਉਹ ਸਹਿਜ ਸਹਿਜ ਦੇ ਨਾਲ ਰਸ ਲੈ ਲੈ ਕੇ ਬਾਣੀ ਪੜ੍ਹਦੇ ਆ, ਇੱਕ ਆਸਨ ਤੇ ਬੈਠਦੇ ਆ। ਸਾਡੇ ਤੋਂ ਤਾਂ ਚੌਂਕੜਾ ਮਾਰ ਕੇ ਨਹੀਂ ਬੈਠਿਆ ਜਾਂਦਾ, ਅਸੀਂ ਤਾਂ ਢੋਲ ਲਾ ਕੇ ਬੈਠ ਜੰਨੇ ਆ, ਤੇ ਮਨ ਦੀ ਇਕਾਗਰਤਾ ਨਹੀਂ ਹੋ ਸਕਦੀ। ਜਿਹਦਾ ਆਸਨ ਹੀ ਨਹੀਂ ਸ਼ੁੱਧ ਹੈ, ਆਸਨ ਨਹੀਂ ਸਿੱਧ ਕੀਤਾ ਹੋਇਆ, ਮਨ ਕਿਵੇਂ ਟਿਕ ਜਾਏਗਾ? ਕੁਝ ਬਿਮਾਰੀਆਂ ਲੱਗ ਗਈਆਂ, ਖਾਣ ਪਾਣ ਐਸਾ ਹੈ ਤੇ ਪਾਣੀ ਵੀ ਖਰਾਬ ਕਰ ਲਿਆ, ਹਵਾ ਵੀ ਖਰਾਬ ਕਰ ਲਈ, ਭੋਜਨ ਵੀ ਖਰਾਬ ਕਰ ਲਿਆ, ਤੇ ਸਾਧ ਸੰਗਤ ਜੀ ਹੁਣ ਚੌਂਕੜਾ ਮਾਰ ਕੇ ਬੈਠਿਆ ਹੀ ਨਹੀਂ ਜਾਂਦਾ, ਤੇ ਕਿੱਥੇ ਫਿਰ ਉਹ ਸਮਾਧੀ ਕਿਵੇਂ ਲੱਗ ਸਕਦੀ ਹੈ? ਇਸ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ, ਇਹ ਬਾਣੀ ਦਾ ਹੀ ਸਾਨੂੰ ਆਸਰਾ ਹੈ, ਤੇ ਮਹਾਰਾਜ ਇਹ ਛੋਟੀ ਜੀ ਜ਼ਿੰਦਗੀ ਹੈ, 100 ਸਾਲ ਦਾ ਸਮਾਂ ਸਾਡੇ ਕੋਲ ਹੈ, 50 ਸਾਲ ਸੌਂ ਕੇ ਬਤੀਤ ਹੋ ਜਾਂਦੇ ਹੈ, 20-25 ਸਾਲ ਤੱਕ ਉਂਝ ਨਹੀਂ ਪਤਾ ਲੱਗਦਾ। ਤੇ ਸਾਨੂੰ ਕੋਈ ਪਤਾ ਲੱਗ ਜੇ, ਕੋਈ ਅੰਦਰ ਸਾਡੇ ਕੀ ਹੈ, ਕਿਹੜਾ ਪ੍ਰਕਾਸ਼ ਹੈ, ਕੁਛ ਨਾ ਕੁਛ ਅਸੀਂ ਆਪਣੇ ਆਤਮਾ ਦੇ ਦਰਸ਼ਨ ਕਰ ਸਕੀਏ, ਤੇ ਆਪ ਜੀ ਸਾਡੇ ਤੇ ਤਰਸ ਕਰੋ। ਇਹ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਤੋ ਸਤਿਗੁਰੂ ਜੀ ਨੇ ਉਸ ਸਮੇਂ ਬਚਨ ਉਚਾਰਨ ਕੀਤਾ ਸੀ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ, ਕਿ ਸਾਧ ਸੰਗਤ ਜੀ, ਤੁਸੀਂ ਬਾਣੀ ਨੂੰ ਅੰਦਰ, ਬਾਣੀ ਦੇ ਸਿਧਾਂਤ ਨੂੰ ਲੈ ਕੇ ਜਾਇਆ ਕਰੋ, ਫਿਰ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋਏਗੀ। ਸੋ ਪਹਿਲੀ ਪੰਕਤੀ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਆ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ, ਉਹਨਾਂ ਦੇ ਹਿਰਦੇ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜਿਹੜੇ ਸੱਜਣ ਹਨ, ਉਹ ਆ ਕੇ ਪ੍ਰਗਟ ਹੋ ਜਾਂਦੇ ਹਨ। ਭਗਤ ਫਰੀਦ ਸਾਹਿਬ ਜੀ ਦੇ ਜੀਵਨ ਦੇ ਵਿੱਚ ਇੱਕ ਕਥਾ ਆਉਂਦੀ ਹੈ ਕਿ ਫਰੀਦ ਸਾਹਿਬ ਜੀ ਜਿਹੜੇ ਸੀ, ਉਹ ਬਾਲਕ ਅਵਸਥਾ ਦੇ ਵਿੱਚ ਸ਼ੱਕਰ ਖਾਣ ਦੇ ਪ੍ਰੇਮੀ ਸੀ, ਤੇ ਉਹਨਾਂ ਦੀ ਮਾਤਾ ਨੇ ਫਰੀਦ ਸਾਹਿਬ ਜੀ ਨੂੰ ਸ਼ੱਕਰ ਦੇ ਦੇ ਕੇ ਅੱਲਾ ਦੀ ਬੰਦਗੀ ਵੱਲ ਲਾਇਆ। ਫਰੀਦ ਸਾਹਿਬ ਜੀ ਦੀ ਮਾਤਾ ਨੇ ਭਗਤ ਫਰੀਦ ਸਾਹਿਬ ਜੀ ਨੂੰ ਕਹਿਣਾ ਕਿ ਪੁੱਤਰ ਤੂੰ ਅੱਲਾ ਦੀ ਬੰਦਗੀ ਕਰਿਆ ਕਰ, ਤੇ ਭਗਤ ਫਰੀਦ ਸਾਹਿਬ ਜੀ ਨੇ ਕਹਿਣਾ, ਮਾਤਾ ਜੇ ਮੈਂ ਅੱਲਾ ਦੀ ਬੰਦਗੀ ਕਰਾਂਗਾ ਤੇ ਅੱਲਾ ਮੈਨੂੰ ਕੀ ਦੇਣਗੇ? ਤੇ ਮਾਤਾ ਨੇ ਕਹਿਣਾ ਕਿ
ਪੁੱਤਰ ਜੇ ਤੂੰ ਅੱਖਾਂ ਬੰਦ ਕਰਕੇ ਮਸੱਲੇ ਤੇ ਬੈਠ ਕੇ ਆਸਣ ਦੇ ਵਿੱਚ ਸਥਿਤ ਹੋ ਕੇ ਪ੍ਰੇਮ ਨਾਲ ਅੱਲਾ ਦੀ ਬੰਦਗੀ ਕਰੇਗਾ ਨਾ ਤਾਂ ਅੱਲਾ ਤੈਨੂੰ ਸ਼ੱਕਰ ਦੇਣਗੇ, ਕਿਉਂਕਿ ਸ਼ੱਕਰ ਖਾਨ ਦੇ ਪ੍ਰੇਮੀ ਸੀ। ਤੇ ਸਾਧ ਸੰਗਤ ਜੀ, ਫਰੀਦ ਸਾਹਿਬ ਜੀ ਨੇ ਬਾਲਕ ਅਵਸਥਾ ਦੇ ਵਿੱਚ ਮਸੱਲੇ ਦੇ ਉੱਤੇ ਬੈਠ ਕੇ ਅੱਲਾ ਦੀ ਬੰਦਗੀ ਕਰਨੀ। ਮਾਤਾ ਨੇ ਅੱਖ ਬਚਾ ਕੇ ਮਸੱਲੇ ਦੇ ਹੇਠਾਂ ਸਾਧ ਸੰਗਤ ਜੀ ਸ਼ੱਕਰ ਦੀ ਬਾਟੀ ਰੱਖ ਦੇਣੀ। ਜਦੋਂ ਫਰੀਦ ਸਾਹਿਬ ਜੀ ਨੇ ਨੇਤਰ ਖੋਲ੍ਹਣੇ ਤੇ ਮਸੱਲੇ ਦੇ ਹੇਠਾਂ ਦੇਖਣਾ ਤੇ ਉੱਥੇ ਸ਼ੱਕਰ ਪਈ ਹੋਣੀ, ਤੇ ਫਰੀਦ ਸਾਹਿਬ ਜੀ ਸ਼ੱਕਰ ਦੇ ਪ੍ਰੇਮੀ ਸੀ। ਤੇ ਇਸ ਤਰ੍ਹਾਂ ਫਿਰ ਉਹ ਰੋਜ਼ ਅੱਲਾ ਦੀ ਬੰਦਗੀ ਕਰਦੇ ਤੇ ਮਾਤਾ ਨੇ ਇਸ ਤਰ੍ਹਾਂ ਸ਼ੱਕਰ ਖਵਾ ਖਵਾ ਕੇ ਬੰਦਗੀ ਵੱਲ ਲਾਇਆ। ਫਿਰ ਜਦੋਂ ਵੱਡੀ ਅਵਸਥਾ ਦੇ ਵਿੱਚ ਹੋਏ ਭਗਤ ਫਰੀਦ ਸਾਹਿਬ ਜੀ, ਫਿਰ ਸਾਧਨਾ ਕਰਨ ਵਾਸਤੇ, ਭਜਨ ਬੰਦਗੀ ਕਰਨ ਵਾਸਤੇ ਜੰਗਲਾਂ 'ਚ ਵੀ ਗਏ। ਬੜੀ ਭਾਰੀ ਕਰੜੀ ਸਾਧਨਾ ਕੀਤੀ, ਮਿਹਨਤ ਕੀਤੀ, ਅਭਿਆਸ ਕੀਤਾ। ਕਾਫੀ ਲੰਬੇ ਸਮੇਂ ਬਾਅਦ, ਕਈ ਸਾਲਾਂ ਬਾਅਦ ਜਦੋਂ ਵਾਪਸ ਘਰ ਆਏ ਤੇ ਮਾਤਾ ਨੂੰ ਪਤਾ ਲੱਗਿਆ ਕਿ ਮੇਰਾ ਪੁੱਤਰ ਆ ਰਿਹਾ ਹੈ, ਤੇ ਮਾਤਾ ਨੇ ਖੁਸ਼ੀ ਦੇ ਵਿੱਚ ਨਾ ਸਾਧ ਸੰਗਤ ਜੀ ਜਿੰਨੀਆਂ ਵੀ ਮਿੱਠੀਆਂ ਚੀਜ਼ਾਂ ਹੈ ਨਾ ਉਹ ਸਾਰੀਆਂ ਇਕੱਤਰ ਕਰ ਲੀਆਂ, ਘਰ ਵਿੱਚ ਲੈ ਆਉਂਦੀਆਂ ਤੇ ਸਾਰੀਆਂ ਮਿੱਠੀਆਂ ਚੀਜ਼ਾਂ ਥਾਲ ਪਰੋਸ ਕੇ ਫਰੀਦ ਸਾਹਿਬ ਜੀ ਦੇ ਅੱਗੇ ਰੱਖ ਦਿੱਤੀਆਂ। ਤੇ ਫਰੀਦ ਸਾਹਿਬ ਜੀ ਨੂੰ ਹੁਣ ਬਖਸ਼ਿਸ਼ ਹੋ ਗਈ ਸੀ, ਮਹਾਨ ਆਨੰਦ ਦੀ ਪ੍ਰਾਪਤੀ ਹੋ ਗਈ ਸੀ, ਬ੍ਰਹਮਾ ਆਨੰਦ ਦੀ। ਤੇ ਸਾਧ ਸੰਗਤ ਜੀ, ਫਰੀਦ ਸਾਹਿਬ ਜੀ ਨੇ ਜਦੋਂ ਉਹ ਥਾਲ ਦੇ ਵਿੱਚ ਮਿੱਠੀਆਂ ਚੀਜ਼ਾਂ ਦੇਖੀਆਂ ਤੇ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਇਹ ਕੀ ਹੈ? ਤੇ ਮਾਤਾ ਕਹਿਣ ਲੱਗੀ, ਪੁੱਤਰ ਤੁਸੀਂ ਕਈ ਸਾਲਾਂ ਬਾਅਦ ਵਾਪਸ ਆਏ ਹੋ, ਇਸ ਤੁਸੀਂ ਸ਼ੱਕਰ ਖਾਨ ਦੇ ਪ੍ਰੇਮੀ ਸੀ, ਆ ਜਿੰਨੀਆਂ ਮਿੱਠੀਆਂ ਚੀਜ਼ਾਂ ਐ ਮੈਂ ਸਾਰੀਆਂ ਥਾਲ ਦੇ ਵਿੱਚ ਰੱਖੀਆਂ ਤੇ ਤੁਸੀਂ ਇਸ ਨੂੰ ਇਹਨਾਂ ਨੂੰ ਛਕੋ। ਤੇ ਫਰੀਦ ਸਾਹਿਬ ਜੀ ਕਹਿਣ ਲੱਗੇ, ਮਾਤਾ ਤੂੰ ਬਹੁਤ ਭੋਲੀ ਐ, ਹੁਣ ਇਹ ਮਿੱਠੀਆਂ ਚੀਜ਼ਾਂ ਦੀ ਗੱਲ ਨਹੀਂ ਰਹੀ, ਹੁਣ ਤਾਂ ਅੱਗੇ ਖੇਡ ਪਹੁੰਚ ਚੁੱਕੀ ਹੈ, ਹੁਣ ਇਹ ਸਭ ਫਿੱਕਾ ਹੀ ਹੈ ਸਭ ਕੁਝ। ਤੇ ਫਰੀਦ ਸਾਹਿਬ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਸ਼ੱਕਰ ਵੀ ਮਿੱਠੀ ਹੈ, ਫਰੀਦਾ ਸ਼ੱਕਰ ਖੰਡ, ਖੰਡ ਵੀ ਮਿੱਠੀ ਹੈ, ਨਿਵਾਤ, ਨਿਵਾਤ ਦਾ ਅਰਥ ਹੁੰਦਾ ਮਿਸ਼ਰੀ ਵੀ ਮਿੱਠੀ ਹੈ, ਸ਼ੱਕਰ ਖੰਡ ਨਿਵਾਤ ਗੁੜ, ਗੁੜ ਵੀ ਮਿੱਠਾ ਹੈ, ਮਾਖਿਓ ਸ਼ਹਿਦ ਵੀ ਮਿੱਠਾ ਹੈ, ਮਾਝਾ ਦੁੱਧ, ਮੱਝ ਦਾ ਦੁੱਧ ਵੀ ਮਿੱਠਾ ਹੈ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਪਰ ਮਾਤਾ ਜੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਰਸ ਦੇ ਸਦਰਸ਼, ਜੋ ਨਾਮ ਜਪ ਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹਦੇ ਬਰਾਬਰ ਇਹ ਕੋਈ ਚੀਜ਼ਾਂ ਨਹੀਂ ਹੈ। ਤੋ ਸਾਧ ਸੰਗਤ ਜੀ, ਆਨੰਦ ਦੀ ਜਿਹੜੀ ਕਥਾ ਹੈ ਉਹ ਕਥਨ ਨਹੀਂ ਕੀਤੀ ਜਾ ਸਕਦੀ। ਤਾਂ ਪਹਿਲੀ ਪੰਕਤੀ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹੈ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਦੁਆਰਾ ਫਰਮਾਉਂਦੇ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਿ ਸਾਧ ਸੰਗਤ ਜੀ, ਉਹਨਾਂ ਦੇ ਹਿਰਦੇ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜਿਹੜੇ ਸੱਜਣ ਹਨ ਉਹ ਆ ਕੇ ਪ੍ਰਗਟ ਹੋ ਜਾਂਦੇ ਹਨ। ਇੱਕ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹ ਆਨੰਦ ਦੇ ਸੰਬੰਧ ਵਿੱਚ ਇੱਕ ਬੜਾ ਸੁੰਦਰ ਅਲੰਕਾਰ ਸੁਣਾਉਂਦੇ ਤੇ ਉਹ ਮਹਾਂਪੁਰਸ਼ ਸੰਗਤ ਦੇ ਵਿੱਚ ਇਹ ਵਾਰਤਾ ਸੁਣਾਇਆ ਕਰਦੇ। ਕਹਿੰਦੇ ਕਿ ਇੱਕ ਨਾ ਕੀੜੀਆਂ
ਘੋੜੇ ਦੇ ਤਬੇਲੇ ਵਿੱਚ ਰਹਿੰਦੀਆਂ ਸੀ ਤੇ ਲਿੱਦ ਖਾਂਦੀਆਂ ਸੀ ਉਹ। ਤੇ ਉਹ ਲਿੱਦ ਦੇ ਵਿੱਚ ਹੀ ਆਨੰਦ ਸਮਝੀ ਜਾਂਦੀਆਂ ਸੀ ਵੀ ਇਹ ਲਿੱਦ 'ਚ ਹੀ ਆਨੰਦ ਹੈ, ਕਿਉਂਕਿ ਘੋੜੇ ਦੇ ਤਬੇਲੇ ਦੇ ਵਿੱਚ ਰਹਿੰਦੀਆਂ ਸੀ। ਤੇ ਸਾਧ ਸੰਗਤ ਜੀ, ਉਹਨਾਂ ਦੇ ਵਿੱਚੋਂ ਇੱਕ ਬੜੀ ਸਿਆਣੀ ਕੀੜੀ ਸੀ। ਉਹਨੇ ਕੋਈ ਮਿਹਨਤ ਕੀਤੀ, ਕੋਈ ਕੋਸ਼ਿਸ਼ ਕੀਤੀ ਵੀ ਇਹ ਅਸੀਂ ਲੇਦੀ ਖਾਈ ਜਾਂਦੀਆਂ, ਕੋਈ ਹੋਰ ਵਧੀਆ ਪਦਾਰਥ ਨਹੀਂ ਹੈ। ਤੇ ਉਹਨੇ ਜਦੋਂ ਕੋਈ ਮਿਹਨਤ ਕੀਤੀ, ਉਸ ਨੂੰ ਇੱਕ ਮਿਸ਼ਰੀ ਦਾ ਪਹਾੜ ਲੱਭ ਗਿਆ। ਜਦੋਂ ਉਸ ਨੇ ਮਿਸ਼ਰੀ ਦੇ ਪਹਾੜ ਦੇ ਨਾਲ ਆਪਣੀ ਰਸਨਾ ਟੱਚ ਕੀਤੀ ਤੇ ਉਹਨੂੰ ਬਹੁਤ ਆਨੰਦ ਆਇਆ। ਤੇ ਉਹਨੇ ਸੋਚਿਆ ਵੀ ਚਲੋ ਮੈਂ ਆਪਣੀਆਂ ਭੈਣਾਂ ਹੋਰ ਕੀੜੀਆਂ ਨੂੰ ਵੀ ਜਾ ਕੇ ਦੱਸਦੀ ਆ ਵੀ ਤੁਸੀਂ ਐਵੇਂ ਲਿੱਦ ਖਾਈ ਜਾਂਦੀਆਂ ਹੋ, ਆਓ ਮਿਸ਼ਰੀ ਦੇ ਪਹਾੜ ਨੂੰ ਚਖੋ, ਇਹ ਵੀ ਆਨੰਦ ਲੈ ਕੇ ਦੇਖੋ। ਤੇ ਸਾਧ ਸੰਗਤ ਜੀ, ਉਹ ਜਿਹੜੀ ਸਿਆਣੀ ਕੀੜੀ ਸੀ ਨਾ, ਉਹ ਦੂਜੀਆਂ ਕੀੜੀਆਂ ਨੂੰ ਵੀ ਨਾਲ ਲੈ ਆਈ। ਤੇ ਦੂਜੀਆਂ ਕੀੜੀਆਂ ਨੇ ਵੀ ਜਦੋਂ ਮਿਸ਼ਰੀ ਦੇ ਨਾਲ ਆਪਣੀ ਰਸਨਾ ਨੂੰ ਟੱਚ ਕੀਤਾ ਤਾਂ ਮਿਸ਼ਰੀ ਨੂੰ ਛੱਡ ਹੀ ਨਹੀਂ ਸਕੀਆਂ। ਤੇ ਜਿਹੜੀ ਪਹਿਲਾਂ ਸਿਆਣੀ ਕੀੜੀ ਸੀ, ਉਹ ਕਹਿਣ ਲੱਗੀ ਵੀ ਭੈਣੋ ਦੱਸੋ ਵੀ ਇਸ ਮਿਸ਼ਰੀ ਦੇ ਪਹਾੜ ਨੂੰ ਤੁਸੀਂ ਇਹਨੂੰ ਟੱਚ ਕੀਤਾ ਹੈ, ਕਿਵੇਂ ਕੋਈ ਆਨੰਦ ਆਇਆ? ਉਹ ਦੂਜੀਆਂ ਕੀੜੀਆਂ ਕਹਿਣ ਲੱਗੀਆਂ ਕਿ ਭੈਣੇ ਬਹੁਤ ਆਨੰਦ ਆਇਆ, ਇਹ ਤੇ ਅਸੀਂ ਕਦੀ ਇਸ ਤਰ੍ਹਾਂ ਦਾ ਸਵਾਦ ਚਖਿਆ ਹੀ ਨਹੀਂ, ਪਰ ਵਿੱਚ ਥੋੜਾ ਥੋੜਾ ਕੌੜਾ ਵੀ ਹੈ ਸਵਾਦ ਹੀ। ਉਹ ਸਿਆਣੀ ਕੀੜੀ ਕਹਿੰਦੀ ਵੀ ਇਹ ਮਿਸ਼ਰੀ ਤੇ ਮਿੱਠੀ ਹੈ, ਇਹਨਾਂ ਨੂੰ ਕਿਉਂ ਕੌੜੀ ਲੱਗੀ ਜਾਂਦੀ ਹੈ? ਤੇ ਉਹ ਸਿਆਣੀ ਕੀੜੀ ਨੇ ਸਾਧ ਸੰਗਤ ਜੀ, ਉਹ ਜਦੋਂ ਧਿਆਨ ਨਾਲ ਦੇਖਿਆ ਤੇ ਉਹ ਜਿਹੜੀਆਂ ਦੂਜੀਆਂ ਕੀੜੀਆਂ ਸੀ, ਕਿਉਂਕਿ ਲਿੱਦ ਖਾ ਕੇ ਆਈਆਂ ਸੀ, ਉਹਨਾਂ ਦੇ ਮੁਖ ਦੇ ਵਿੱਚ ਲਿੱਦ ਦੇ ਡੱਕੇ ਫਸੇ ਹੋਏ ਸੀ। ਉਹ ਜਿਹੜੀ ਸਿਆਣੀ ਕੀੜੀ ਸੀ ਕਹਿੰਦੀ ਮੈਨੂੰ ਪਤਾ ਲੱਗ ਗਿਆ, ਤੇ ਕਹਿੰਦੀ ਤੁਸੀਂ ਇੱਧਰ ਆਓ, ਆ ਪਾਣੀ ਦੇ ਵਿੱਚੋਂ ਲੰਘੋ, ਮਾੜਾ ਜਿਹਾ ਮੂੰਹ ਮਾਹ ਸਾਫ਼ ਕਰੋ, ਤੇ ਫੇਰ ਤੁਸੀਂ ਕੁਰਲੀਆਂ ਕਰਲੀਆਂ ਕਰਕੇ ਫੇਰ ਜਾ ਕੇ ਤੁਸੀਂ ਮਿਸ਼ਰੀ ਦੇ ਨਾਲ ਟੱਚ ਕਰੋ, ਫੇਰ ਤੁਹਾਨੂੰ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਦਾ ਸਵਾਦ ਹੈ। ਉਹ ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਤੇ ਫੇਰ ਤੇ ਮਿਸ਼ਰੀ ਨੂੰ ਛੱਡ ਹੀ ਨਹੀਂ ਸਕੀਆਂ। ਇਹ ਇੱਕ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਪੁਰਸ਼ ਕਥਾ ਦੇ ਵਿੱਚ ਇੱਕ ਅਲੰਕਾਰ ਸੁਣਾਇਆ ਕਰਦੇ, ਤੇ ਉਹਦੇ ਵਿੱਚ ਸਿੱਖਿਆ ਕੀ ਦਿੰਦੇ? ਕਿਉਂਕਿ ਜਦੋਂ ਇਹੋ ਜਿਹੀਆਂ ਕਥਾ ਸੁਣਾਈਏ ਆਮ ਸੰਗਤ ਨੂੰ ਸਮਝ ਪੈ ਜਾਂਦੀ ਹੈ, ਤੇ ਮਹਾਪੁਰਸ਼ ਫਿਰ ਸਿੱਖਿਆ ਇਹ ਦਿੰਦੇ ਕਿ ਆ ਵਿਸ਼ੇ ਵਿਕਾਰ ਹੈ ਨਾ, ਅਸੀਂ ਫਸੇ ਹੋਏ ਆ, ਇਹ ਲੇਦੀ ਖਾਈ ਜਾਂਦੇ ਆ ਅਸੀਂ। ਇੰਨੇ ਰਸ ਸਾਡੇ ਅੰਦਰ ਪਏ ਹੋਏ ਐ, ਰਸ ਸੁਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੀਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਕਿੰਨੇ ਰਸਾਂ ਦੇ ਵਿੱਚ ਫਸੇ ਹੋਏ ਆ। ਇਹ ਸਾਧ ਸੰਗਤ ਜੀ ਲੇਦੀ ਹੈ, ਲਿੱਦ ਦੇ ਡੱਕੇ ਹਨ। ਕੋਈ ਕਿਤੇ ਕੋਈ ਮਹਾਪੁਰਸ਼ ਉਹਦੀ ਸੰਗਤ ਮਿਲ ਜਾਵੇ, ਉਹ ਫਿਰ ਮਿਸ਼ਰੀ ਦੇ ਪਹਾੜ ਦੇ ਕੋਲ ਲੈ ਆਉਂਦੇ ਐ। ਮਿਸ਼ਰੀ ਦਾ ਪਹਾੜ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਮਿਸ਼ਰੀ ਦਾ ਪਹਾੜ ਹੈ ਸਿਮਰਨ, ਮਿਸ਼ਰੀ ਦਾ ਪਹਾੜ ਹੈ ਕੀਰਤਨ, ਮਿਸ਼ਰੀ ਦਾ ਪਹਾੜ ਹੈ ਕਥਾ। ਫਿਰ ਉਹ ਲੈ ਆਉਂਦੇ ਐ ਵੀ ਇਹਨੂੰ ਚੱਖੋ, ਕਿਉਂ ਐਵੇਂ ਤੁਸੀਂ ਆਪਣੇ ਸਮੇਂ ਨੂੰ, ਮਨੁੱਖ ਜਨਮ ਨੂੰ ਇਸ ਤਰ੍ਹਾਂ ਵਿਸ਼ਿਆਂ ਆਨੰਦ ਦੇ ਵਿੱਚ ਬਤੀਤ ਕਰ ਰਹੇ ਹੋ? ਇਹ ਬ੍ਰਹਮਾਨੰਦ ਤੁਸੀਂ ਛਕ ਕੇ ਦੇਖੋ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਤੇ ਸਾਧ ਸੰਗਤ ਜੀ, ਇਹ ਇੱਕ ਮਹਾਪੁਰਸ਼ ਇਹ ਅਲੰਕਾਰ ਸੁਣਾਉਂਦੇ। ਤੋ ਇਹ ਸਾਰੀਆਂ ਕਥਾ ਵਾਰਤਾ ਦਾ ਭਾਵ ਇਹੀ ਹੈ ਕਿ ਹਰੀ ਨੂੰ ਸੱਜਣ ਬਣਾਈਏ ਤੇ ਫੇਰ ਸਿਮਰਨ ਆਰੰਭ ਕਰੀਏ। ਫੇਰ ਹੌਲੀ ਹੌਲੀ ਵਾਹਿਗੁਰੂ ਅੰਦਰੋਂ ਪ੍ਰਗਟ ਹੋਣਗੇ। ਅਜੇ ਤੇ ਸਾਨੂੰ ਅੰਦਰ ਹੀ ਨਹੀਂ ਪਤਾ ਨਾ, ਜਦੋਂ ਅਸੀਂ ਨੇਤਰ ਬੰਦ ਕਰਕੇ ਬੈਠਦੇ ਹਾਂ ਤੇ ਦਿਲ ਅੰਧਿਆਰੀ ਰਾਤ, ਦਿਲ ਅੰਦਰ ਹਨੇਰਾ ਹੀ ਹਨੇਰਾ ਦਿਸੀ ਜਾਂਦਾ ਹੈ। ਕਿਉਂਕਿ
ਇਹ ਭਜਨ ਦੀ ਜਿਹੜੀ ਘਾਟੀ ਹੈ ਨਾ ਸਾਧ ਸੰਗਤ ਜੀ, ਆਖਣਾ ਔਖਾ ਸਾਚਾ ਨਾਉ ਹੈ। ਨਾਮ ਜਪਣਾ ਬਹੁਤ ਔਖਾ ਹੈ, ਦੂਸਰੇ ਕੰਮ ਸਾਰੇ ਹੀ ਸੌਖੇ ਹੈ। ਜਿਵੇਂ ਉਹ ਛੱਜੂ ਭਗਤ ਜੀ ਨੇ ਮਿਸਤਰੀ ਲਾਏ ਹੋਏ ਸੀ ਤੇ ਉਸ ਦਿਨ ਬਰਸਾਤ ਪੈ ਗਈ, ਮੀਂਹ ਬਹੁਤ ਆਇਆ, ਤੇ ਛੱਜੂ ਭਗਤ ਜੀ ਕਹਿੰਦੇ ਵੀ ਤੁਸੀਂ ਦੇਖੋ, ਤੁਹਾਡੀ ਜਿਹੜੀ ਤੁਹਾਨੂੰ ਦਿਹਾੜੀ ਮਿਲਣੀ ਹੈ ਉਹ ਨਹੀਂ ਅਸੀਂ ਮਾਰਦੇ, ਤੁਸੀਂ ਇਸ ਤਰ੍ਹਾਂ ਕਰੋ, ਆਹ ਮਾਲਾ ਫੜ ਲਓ ਤੇ 8 ਘੰਟੇ ਨਾਮ ਜਪੋ, ਤੁਹਾਨੂੰ ਦੁੱਗਣੀ ਦਿਹਾੜੀ ਤੁਹਾਨੂੰ ਦੇ ਕੇ ਮੈਂ ਭੇਜਾਂਗਾ। ਤੇ ਸਾਧ ਸੰਗਤ ਜੀ, ਉਹ ਮਿਸਤਰੀਆਂ ਨੇ, ਮਜ਼ਦੂਰਾਂ ਨੇ ਮਾਲਾ ਫੜ ਲਈ, ਪਰ ਹੁਣ ਕਿੱਥੇ ਕਦੀ ਨਾਮ ਜਪਿਆ ਨਹੀਂ ਸੀ ਤੇ ਮਨ ਹੀ ਨਾ ਲੱਗੇ, ਕਦੀ ਇਧਰ ਉਧਰ ਔਖੇ ਸੌਖੇ ਹੋ ਕੇ ਚੌਂਕੜਾ ਹੀ ਨਾ ਵੱਜੇ। ਤੇ ਸਾਧ ਸੰਗਤ ਜੀ, ਚਲੋ ਔਖੇ ਸੌਖੇ 8 ਘੰਟੇ ਪੂਰੇ ਕੀਤੇ। ਛੱਜੂ ਭਗਤ ਜੀ ਨੇ ਉਹਨਾਂ ਨੂੰ ਡਬਲ ਦਿਹਾੜੀ ਦਿੱਤੀ, ਡਬਲ ਮਿਹਨਤ ਦਿੱਤੀ। ਤੇ ਛੱਜੂ ਭਗਤ ਜੀ ਉਹ ਨਾਮ ਦੇ ਆਸ਼ਿਕ ਸੀ, ਕਹਿੰਦੇ ਵੀ ਤੁਸੀਂ ਰੋਜ਼ ਆ ਜਾਇਆ ਕਰੋ, 8 ਘੰਟੇ ਕੁਛ ਨਹੀਂ ਕਰਨਾ, ਨਾਮ ਜਪਿਆ ਕਰੋ। ਤੇ ਸਾਧ ਸੰਗਤ ਜੀ ਉਹ ਫਿਰ ਹੱਥ ਜੋੜ ਕੇ ਕਹਿਣ ਲੱਗੇ, ਕਹਿੰਦੇ ਮਹਾਰਾਜ ਇਹ ਨਾਮ ਤੇ ਆਪ ਤੁਸੀਂ ਜਪੋ, ਇਹ ਅਸੀਂ ਨਹੀਂ ਜਪ ਸਕਦੇ, ਇਹ ਬੜਾ ਗਿੱਲਾ ਪੀਣ ਹੈ, ਸਾਡਾ ਤਾਂ ਮਨ ਹੀ ਨਹੀਂ ਟਿਕਿਆ, ਬੜੇ ਔਖੇ ਹੋਏ, ਇਹ ਕੰਮ ਨਹੀਂ ਕਰ ਸਕਦੇ ਅਸੀਂ, ਤੁਸੀਂ ਸਾਡੇ ਤੋਂ ਹੋਰ ਕੋਈ ਕੰਮ ਕਰਾ ਲਓ, ਲੇਕਿਨ ਨਾਮ ਨਹੀਂ ਜਪ ਸਕਦੇ ਅਸੀਂ। ਕਿਉਂਕਿ ਸਾਧ ਸੰਗਤ ਜੀ, ਨਾਮ ਜਪਣਾ ਔਖਾ ਹੈ, ਨਾਮ ਜਪ ਕੇ ਸਾਂਭਣਾ ਉਸ ਤੋਂ ਜ਼ਿਆਦਾ ਔਖਾ ਹੈ। ਤੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਅੱਜ ਫੱਗਣ ਦਾ ਮਹੀਨਾ ਆਰੰਭ ਹੋਇਆ ਤੇ ਗੁਰੂ ਅਰਜਨ ਦੇਵ ਜੀ ਕੀ ਫਰਮਾਉਂਦੇ ਆ? ਮਹਾਰਾਜ ਫਰਮਾਉਂਦੇ ਆ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਉਹਨਾਂ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜਿਹੜੇ ਸੱਜਣ ਹਨ ਉਹ ਆ ਕੇ ਪ੍ਰਗਟ ਹੋ ਜਾਂਦੇ ਹਨ। ਸੰਤਾਂ ਨੂੰ ਆਨੰਦ ਹੁੰਦਾ ਹੈ। ਸਾਧ ਸੰਗਤ ਜੀ, ਬਾਣੀ ਵਿੱਚ ਮਹਾਰਾਜ ਦੇ ਬਚਨ ਹਨ, ਸਹਿਜ ਆਨੰਦ ਹਰ ਸਾਧੂ ਮਾਹੀ। ਜਿਹੜੇ ਸਾਧੂ ਹੁੰਦੇ ਆ ਉਹਨਾਂ ਵਿੱਚ ਸਹਿਜ ਵੀ ਹੁੰਦਾ ਹੈ, ਉਹਨਾਂ ਵਿੱਚ ਆਨੰਦ ਵੀ ਹੁੰਦਾ ਹੈ। ਸਾਧੂ ਜਿਹੜੇ ਸੰਤ ਹੁੰਦੇ ਆ, ਪੂਰਨ ਮਹਾਂਪੁਰਸ਼ ਹੁੰਦੇ ਆ, ਉਹਨਾਂ ਦੇ ਅੱਗੇ ਜਿੰਨੇ ਮਰਜ਼ੀ ਤੁਸੀਂ ਪਦਾਰਥ ਰੱਖ ਦਿਓ, ਉਹਨਾਂ ਨੂੰ ਉਹ ਪਦਾਰਥਾਂ ਵਿੱਚ ਆਨੰਦ ਨਹੀਂ ਆਉਂਦਾ। ਬ੍ਰਹਮ ਗਿਆਨੀ ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਫਰਮਾਉਂਦੇ ਆ ਕਿ ਬਾਦਸ਼ਾਹੀ ਇਹ ਦੋ ਜਹਾਂ, ਸ਼ੋਰੋ ਗੋਗਾ ਬੇਸ਼ ਨੀਸਤ, ਪੇਸ਼ੇ ਦਰਵੇਸ਼ੇ ਊ ਕਿ ਅਜ਼ਮੁੱਦਾ ਹਾਹਦ ਗੁਜਸ਼ਤ। ਕਿ ਦੋ ਜਹਾਨਾਂ ਦੀ ਬਾਦਸ਼ਾਹਤ ਵੀ ਜੇ ਤੁਸੀਂ ਸੰਤਾਂ ਦੇ ਅੱਗੇ ਰੱਖ ਦੋਗੇ ਨਾ, ਉਹ ਜਿਹੜੇ ਜਿਨ੍ਹਾਂ ਨੂੰ ਨਾਮ ਦਾ ਆਨੰਦ ਆਇਆ ਹੋਇਆ ਨਾ, ਜਿਨ੍ਹਾਂ ਨੂੰ ਇਹ ਪਤਾ ਹੈ ਵੀ ਸੰਸਾਰ ਮਿਥਿਆ ਹੈ, ਮਿੱਟੀ ਹੈ ਤੇ ਸਾਧ ਸੰਗਤ ਜੀ ਨਾਸਵੰਤ ਹੈ, ਅਸੀਂ ਥੋੜੇ ਸਮੇਂ ਵਾਸਤੇ ਇਸ ਸੰਸਾਰ ਰੂਪੀ ਮੁਸਾਫਰਖਾਨੇ ਦੇ ਵਿੱਚ ਆਏ ਆ, ਅਸੀਂ ਸਾਡਾ ਕੋਈ ਮਕਸਦ ਹੈ, ਸਾਡਾ ਕੋਈ ਪ੍ਰਯੋਜਨ ਹੈ। ਜਿਨ੍ਹਾਂ ਨੂੰ ਨਾਮ ਦੀ ਲਗਨ ਲੱਗ ਜਾਂਦੀ ਹੈ, ਜਿਨ੍ਹਾਂ ਨੂੰ ਇੱਕ ਹਿਰਦੇ ਦੇ ਵਿੱਚ ਤੜਪ ਪੈਦਾ ਹੋ ਜਾਂਦੀ ਹੈ, ਜਿਨ੍ਹਾਂ ਦੇ ਅੰਦਰ ਵੈਰਾਗ ਪੈਦਾ ਹੋ ਜਾਂਦਾ ਹੈ, ਕਿੱਥੇ ਸਾਧ ਸੰਗਤ ਜੀ ਉਹ ਪਦਾਰਥਾਂ 'ਚ ਫਸਦੇ ਆ। ਤੋ ਬ੍ਰਹਮ ਗਿਆਨੀ ਭਾਈ ਸਾਹਿਬ, ਭਾਈ ਨੰਦ ਲਾਲ ਜੀ ਕਹਿੰਦੇ ਆ, ਬਾਦਸ਼ਾਹੀ ਇਹ ਦੋ ਜਹਾਂ, ਸ਼ੋਰੋ ਗੋਗਾ ਬੇਸ਼ ਨੀਸਤ, ਪੇਸ਼ੇ ਦਰਵੇਸ਼ੇ ਊ ਕਿ ਅਜ਼ਮੁੱਦਾ ਹਾਹਦ ਗੁਜਸ਼ਤ। ਇੱਕ ਸ਼ਾਇਰ ਨੇ ਬੜੀ ਸੋਹਣੀ ਰਚਨਾ ਕੀਤੀ ਹੈ ਕਿ ਮਹਾਂਪੁਰਸ਼ਾਂ ਨੂੰ ਕਿਵੇਂ ਆਨੰਦ ਹੁੰਦਾ ਹੈ, ਤੇ ਉਹਨੇ ਬੜਾ ਸੋਹਣਾ ਲਿਖਿਆ ਕਿ फकीरों की दुनिया अजब है निराली, फकीरों की दुनिया अजब है निराली, सदा उनके चेहरे पे रहती है लाली, कभी फाका कभी दाना कभी खीर थाली, सदा उनके चेहरे पे रहती है लाली, कोई करे पूजा कोई दे दे गाली, सदा उनके चेहरे पे रहती है लाली, ना मरने की चिंता ना जीने की आशा, यही तो है शहनशाही निराली। ये किसे शायर ने बड़ा सोहना लिखा कि फकीरों की दुनिया अजब है निराली,
ਸਦਾ ਉਨਕੇ ਚਿਹਰੇ ਪੇ ਰਹਤੀ ਹੈ ਲਾਲੀ। ਜਿਹੜੇ ਸੰਤ ਹੁੰਦੇ ਆ ਨਾ, ਸਾਧ ਹੁੰਦੇ ਆ, ਕਮਾਈ ਵਾਲੇ ਹੁੰਦੇ ਆ, ਉਹਨਾਂ ਦੀ ਜ਼ਿੰਦਗੀ ਨਿਰਾਲੀ ਹੁੰਦੀ ਹੈ। ਭਗਤਾ ਤੇ ਸਹਿਸਾਰੀਆ ਜੋੜ ਕਦੇ ਨਾ ਆਇਆ। ਭਗਤਾ ਕੀ ਚਾਲ ਨਿਰਾਲੀ ਹੁੰਦੀ ਹੈ। ਫਕੀਰੋਂ ਕੀ ਦੁਨੀਆ ਅਜਬ ਹੈ ਨਿਰਾਲੀ, ਸਦਾ ਉਨਕੇ ਚਿਹਰੇ ਪੇ ਰਹਤੀ ਹੈ ਲਾਲੀ। ਉਹਨਾਂ ਦੇ ਚਿਹਰੇ ਦੇ ਉੱਤੇ ਸਾਧ ਸੰਗਤ ਜੀ ਇੱਕ ਅਲੌਕਿਕ ਸਰੂਰ ਹੁੰਦਾ ਹੈ, ਇੱਕ ਅਲੌਕਿਕ ਮਹਾਨ ਕਸ਼ਿਸ਼ ਹੁੰਦੀ ਹੈ, ਇੱਕ ਖਿੱਚ ਹੁੰਦੀ ਹੈ, ਤੇ ਸਾਧ ਸੰਗਤ ਜੀ ਇੱਕ ਅਲੌਕਿਕ ਆਨੰਦ ਹੁੰਦਾ ਹੈ। ਤਾਂ ਉਹ ਸ਼ਾਇਰ ਕਹਿੰਦਾ ਹੈ ਕਿ ਕਭੀ ਫਾਕਾ ਕਭੀ ਦਾਨਾ ਕਭੀ ਖੀਰ ਥਾਲੀ, ਸਦਾ ਉਨਕੇ ਚਿਹਰੇ ਪੇ ਰਹਤੀ ਹੈ ਲਾਲੀ। ਸੰਤਾਂ ਨੂੰ ਕਦੀ ਫਾਕੇ ਵੀ ਲੱਗ ਜਾਂਦੇ ਆ, ਕੋਈ ਭੋਜਨ ਛਕਣ ਨੂੰ ਨਹੀਂ ਮਿਲਦਾ, ਕਦੀ ਦਾਣਾ ਮਿਲ ਵੀ ਜਾਂਦਾ ਹੈ, ਕਦੀ ਤਾਂ ਫਿਰ ਵਧੀਆ ਪਕਵਾਨ ਮਿਲ ਜਾਂਦੇ ਆ। ਕਭੀ ਫਾਕਾ ਕਭੀ ਦਾਨਾ ਕਭੀ ਖੀਰ ਥਾਲੀ, ਆ ਖੀਰ ਵੀ ਮਿਲ ਜਾਂਦੀ ਹੈ, ਤੇ ਇਸ ਤਰ੍ਹਾਂ ਮਾਲ ਪੂੜੇ ਵੀ ਮਿਲ ਜਾਂਦੇ ਆ, ਪਕਵਾਨ ਵੀ ਕਿਤੇ ਮਿਲ ਜਾਂਦੇ ਆ, ਕਿਤੇ ਇਸ ਤਰ੍ਹਾਂ ਵੀ ਰਹਿਣਾ ਪੈ ਜਾਂਦਾ ਹੈ। ਪਰ ਸਦਾ ਉਨਕੇ ਚਿਹਰੇ ਪੇ ਰਹਤੀ ਹੈ ਲਾਲੀ। ਉਹ ਚੜ੍ਹਦੀ ਕਲਾ 'ਚ ਰਹਿੰਦੇ ਆ, ਆਨੰਦ ਦੇ ਵਿੱਚ ਰਹਿੰਦੇ ਆ। ਫਿਰ ਅੱਗੇ ਉਹ ਸ਼ਾਇਰ ਕਹਿੰਦਾ ਹੈ, ਕੋਈ ਕਰੇ ਪੂਜਾ ਕੋਈ ਦੇ ਦੇ ਗਾਲੀ, ਸਦਾ ਉਨਕੇ ਚਿਹਰੇ ਪੇ ਰਹਤੀ ਹੈ ਲਾਲੀ। ਕੋਈ ਭਾਵੇਂ ਉਹਨਾਂ ਨੂੰ ਮੱਥੇ ਟੇਕੀ ਜਾਵੇ, ਭਾਵੇਂ ਕੋਈ ਉਹਨਾਂ ਨੂੰ ਗਾਲਾਂ ਕੱਢੀ ਜਾਵੇ, ਕੋਈ ਨਿੰਦਿਆ ਕਰੀ ਜਾਵੇ, ਉਹ ਇੱਕ ਰਸ ਹੁੰਦੇ ਆ। ਤੇ ਸਾਧ ਸੰਗਤ ਜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ, ਆਨੰਦ ਦੇ ਵਿੱਚ ਰਹਿੰਦੇ ਆ। ਨਾ ਮਰਨੇ ਕੀ ਚਿੰਤਾ, ਉਹਨਾਂ ਨੂੰ ਮਰਨ ਦੀ ਥੋੜਾ ਚਿੰਤਾ ਹੁੰਦੀ ਹੈ, ਉਹ ਤਾਂ ਜਨਮ ਮਰਨ ਤੋਂ ਪਰੇ ਹੁੰਦੇ ਆ। ਨਾ ਮਰਨੇ ਕੀ ਚਿੰਤਾ ਨਾ ਜੀਨੇ ਕੀ ਆਸ਼ਾ, ਯਹੀ तो ਹੈ ਸ਼ਹਿਨਸ਼ਾਹੀ ਨਿਰਾਲੀ। ਇਸ ਕਰਕੇ ਉਹ ਨਿਰਾਲੇ ਹੁੰਦੇ ਆ, ਅਸੰਗ ਹੁੰਦੇ ਆ, ਆਜ਼ਾਦ ਹੁੰਦੇ ਆ, ਸੁਤੰਤਰ ਹੁੰਦੇ ਆ, ਬੇਪਰਵਾਹ ਹੁੰਦੇ ਹਨ ਸਾਧ ਸੰਗਤ ਜੀ।